ਹੈਲੋ एवरीवन ਵੈਲਕਮ ਟੂ ਗਿਆਨਮ। ਅੱਜ ਆਪਾਂ ਪੋਲਿਟੀ ਦਾ ਇੱਕ ਇੰਪੋਰਟੈਂਟ ਚੈਪਟਰ ਡਿਸਕਸ ਕਰਾਂਗੇ ਜੀ, ਆਪਣੇ ਸੰਵਿਧਾਨ ਦੀ ਪ੍ਰਸਤਾਵਨਾ ਜਾਂ ਆਪਣੇ ਸੰਵਿਧਾਨ ਦਾ ਪ੍ਰੀਐम्बल। ठीक है जी। ਪ੍ਰੀਐम्बल ਜਾਂ ਪ੍ਰਸਤਾਵਨਾ ਇਹ ਨਾਮ ਸੁਣ ਕੇ ਕੀ ਦਿਮਾਗ ਦੇ ਵਿੱਚ ਆਉਂਦਾ ਜੀ? ਜਿਸ ਤਰ੍ਹਾਂ ਤੁਸੀਂ ਕੋਈ ਵੀ ਕਿਤਾਬ ਪੜ੍ਹੀ ਹੋਏਗੀ ਜੀ, ਚਾਹੇ ਕੋਈ ਲਿਟਰੇਚਰ ਦੀ ਕਿਤਾਬ ਪੜ੍ਹੀ ਹੋਏ, ਚਾਹੇ ਕੋਈ ਫਿਕਸ਼ਨ ਦੀ ਕਿਤਾਬ ਪੜ੍ਹੀ ਹੋਏ, ਚਾਹੇ ਕਿਸੇ ਦੀ ਬਾਇਓਗ੍ਰਾਫੀ ਪੜ੍ਹੀ ਹੋਏ, ਕਿਸੇ ਦੀ ਪੋਲਿਟੀ ਦੀ ਹੀ ਕਿਤਾਬ ਤੁਸੀਂ ਪੜ੍ਹੀ ਹੋਵੇ ਜੀ, ਤਾਂ ਉਹਦੇ ਵਿੱਚੋਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਇੱਕ ਪ੍ਰੀਫੇਸ ਦਿੱਤਾ ਹੁੰਦਾ ਜਿਹਦੇ ਵਿੱਚ ਤੁਹਾਨੂੰ ਉਹ ਕਿਤਾਬ ਦਾ ਬੇਸਿਕ ਆਈਡੀਆ ਦਿੱਤਾ ਹੁੰਦਾ ਕਿ ਇਹ ਕਿਤਾਬ ਕਿਸ ਸਬਜੈਕਟ ਦੇ ਉੱਤੇ ਜਾਂ ਕਿਸ ਵਿਸ਼ੇ ਦੇ ਉੱਤੇ ਲਿਖੀ ਜਾ ਰਹੀ ਹੈ। ਠੀਕ ਹੈ ਜੀ। ਤਾਂ ਆਪਣੇ ਸੰਵਿਧਾਨ ਦੀ ਪ੍ਰਸਤਾਵਨਾ ਵੀ ਜੋ ਹੈ ਇਹ ਆਪਾਂ ਨੂੰ ਸੰਵਿਧਾਨ ਦੇ ਉਹ ਮੂਲ ਆਦਰਸ਼ਾਂ ਦੇ ਬਾਰੇ, ਆਪਣੇ ਸੰਵਿਧਾਨ ਦੇ ਜਿਹੜੇ ਬੇਸਿਕ ਪ੍ਰਿੰਸੀਪਲਸ ਨੇ ਜਿਨ੍ਹਾਂ ਦੇ ਉੱਤੇ ਆਪਣਾ ਸੰਵਿਧਾਨ ਲਿਖਿਆ ਗਿਆ ਉਹਨਾਂ ਦੇ ਬਾਰੇ ਕੁਝ ਬੇਸਿਕ ਜਾਣਕਾਰੀ ਦਿੰਦੀ ਹੈ। ਠੀਕ ਹੈ ਜੀ। ਔਰ ਸੰਵਿਧਾਨ ਦੀ ਪ੍ਰਸਤਾਵਨਾ ਲਿਖਣ ਦਾ ਮੇਨ ਮੰਤਵ ਕੀ ਹੈ? ਕਿਉਂਕਿ ਇਸ ਦੇ ਨਾਲ ਆਪਾਂ ਨੂੰ ਆਪਣੇ ਸੰਵਿਧਾਨ ਦੇ ਜਿਹੜੇ ਮੁੱਢਲੇ ਆਦਰਸ਼ ਨੇ ਜਿਨ੍ਹਾਂ ਦੇ ਉੱਤੇ ਆਪਣਾ ਸੰਵਿਧਾਨ, ਜਿਨ੍ਹਾਂ ਆਦਰਸ਼ਾਂ ਨੂੰ ਸੋਚ ਕੇ ਕੌਨਸਟੀਟਿਊਸ਼ਨਲ ਮੇਕਰਸ ਨੇ ਆਪਣਾ ਸੰਵਿਧਾਨ ਰਚਿਆ ਹੈ, ਬਣਾਇਆ ਹੈ, ਉਸ ਦੇ ਬਾਰੇ ਪਤਾ ਲੱਗਦਾ ਹੈ। ਠੀਕ ਹੈ ਜੀ। ਚਲੋ ਸ਼ੁਰੂ ਕਰਦੇ ਹਾਂ ਜੀ ਆਪਣੇ ਅੱਜ ਦੇ ਟੌਪਿਕ ਨੂੰ। ਸੰਵਿਧਾਨ ਦਾ ਪ੍ਰੀਐम्बल ਤੁਹਾਨੂੰ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲੂਗਾ। We the people of India having solemnly resolved to constitute India into a sovereign, socialist, secular, democratic republic and to secure all of its citizens justice, social, economic, political, liberty of thought, expression, belief, faith, worship, equality of status and opportunity and to promote among them all। Fourth है जी fraternity, assuring the dignity of the individual and the unity and integrity of the nation। ਇਹ ਸਾਰੇ ਅੱਖਰ ਆਪਾਂ ਨੂੰ ਕੀ ਕਹਿਣਾ ਚਾਹ ਰਹੇ ਨੇ? ਠੀਕ ਹੈ ਜੀ। ਸਿੰਪਲ ਭਾਸ਼ਾ ਦੇ ਵਿੱਚ ਅਸੀਂ ਭਾਰਤ ਦੇ ਲੋਕ, ਵੀ ਦਾ ਪੀਪਲ ਆਫ ਇੰਡੀਆ, ਭਾਰਤ ਨੂੰ ਇੱਕ ਸੋਵਰਨ ਦਾ ਮਤਲਬ ਹੋ ਗਿਆ ਜੀ ਪ੍ਰਭੂ ਸੱਤਾ। ਠੀਕ ਹੈ ਜੀ, ਜਿਸ ਨੂੰ ਕਿਸੇ ਤੋਂ ਪੁੱਛਣ ਦੀ ਕੋਈ ਲੋੜ ਨਾ ਪਵੇ। ਸੋਸ਼ਲਿਸਟ ਹੋ ਗਿਆ ਜੀ ਸਮਾਜਵਾਦੀ, ਸੈਕੂਲਰ ਧਰਮ ਨਿਰਪੱਖ, ਡੈਮੋਕ੍ਰੈਟਿਕ ਹੋ ਗਿਆ ਜੀ ਲੋਕ ਰਾਜ, ਲੋਕਤੰਤਰ ਬੇਸਿਕਲੀ, ਔਰ ਰਿਪਬਲਿਕ ਹੋ ਗਿਆ ਜੀ ਗਣਰਾਜ। ਇਹਦੇ ਵਿੱਚ ਬਣਾਉਣਾ ਚਾਹ ਰਹੇ ਹਾਂ ਅਤੇ ਭਾਰਤ ਦੇ ਨਾਗਰਿਕਾਂ ਨੂੰ ਨਿਆਂ ਮਿਲੂਗਾ। ਨਿਆਂ ਕਿਹੜੇ ਪੱਧਰ ਤੇ ਮਿਲੂਗਾ? ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਧਰ ਤੇ। ਲਿਬਰਟੀ ਹੋ ਗਿਆ ਜੀ ਆਜ਼ਾਦੀ, ਲੋਕਾਂ ਨੂੰ ਵਿਚਾਰਾਂ ਦੀ ਆਜ਼ਾਦੀ ਹੈ, ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਆਪਣੇ ਵਿਸ਼ਵਾਸ ਰੱਖਣ ਦੀ ਆਜ਼ਾਦੀ ਹੈ, ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ ਹੈ। ਇਕੁਐਲਿਟੀ ਹੋ ਗਈ ਜੀ ਸਮਾਨਤਾ, ਇਕੁਐਲਿਟੀ ਆਫ ਸਟੇਟਸ ਐਂਡ ਓਪਰਚੁਨਿਟੀ, ਫਰੈਟਰਨਿਟੀ, ਇਹ ਸਾਰਾ ਕੁਝ। ਫਰੈਟਰਨਿਟੀ ਹੋ ਗਿਆ ਜੀ ਆਪਣਾ ਭਾਈਚਾਰਾ। ਇਹ ਤਾਂ ਹੋ ਗਈ ਜੀ ਬੇਸਿਕ ਗੱਲ। ਬਟ ਆਪਾਂ ਨੂੰ ਸੰਵਿਧਾਨ ਦੇ ਵਿੱਚ ਪ੍ਰੀਐम्बल ਲਿਖਣ ਦੀ ਲੋੜ ਕੀ ਪਈ? ਇਸ ਦੇ ਬਾਰੇ ਆਪਾਂ ਨੂੰ ਪਤਾ ਚੱਲਦਾ ਜੀ ਜਦੋਂ ਆਪਣੇ ਸੰਵਿਧਾਨ ਬਣਾਉਣ ਵਾਲੀ ਕੌਂਸਟੀਟਿਊਐਂਟ ਅਸੈਂਬਲੀ ਬਣਾਈ ਗਈ। ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਤੁਹਾਡੇ ਲਈ ਇੱਕ ਕੁਐਸਚਨ ਹੈ ਜੀ ਕਿ ਕੌਂਸਟੀਟਿਊਐਂਟ ਅਸੈਂਬਲੀ ਦੀ ਟੋਟਲ ਸਟਰੈਂਥ ਕਿੰਨੀ ਸੀ, ਔਰ ਕੌਂਸਟੀਟਿਊਐਂਟ ਅਸੈਂਬਲੀ ਦਾ ਜਿਹੜਾ ਪਹਿਲੀ ਮੀਟਿੰਗ ਹੋਈ ਉਸ ਦਿਨ ਇਹਨਾਂ ਦਾ ਪਹਿਲਾ ਪ੍ਰਧਾਨ ਕਿਹੜਾ ਚੁਣਿਆ ਗਿਆ? ਠੀਕ ਹੈ ਜੀ। ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ ਜੀ ਇੱਕ ਓਬਜੈਕਟਿਵ ਰੈਜ਼ੋਲੂਸ਼ਨ ਜਾਂ ਉਦੇਸ਼ ਮਤਾ ਸ਼ੁਰੂ ਕੀਤਾ। ਓਬਜੈਕਟਿਵ ਰੈਜ਼ੋਲੂਸ਼ਨ ਸ਼ੁਰੂ ਕਰਨ ਦਾ ਰੀਜ਼ਨ ਕੀ ਸੀ ਜੀ? ਕਿਉਂਕਿ ਭਾਰਤ ਦਾ ਸੰਵਿਧਾਨ ਕਿਹੜੇ ਮੁੱਢਲੇ ਆਦਰਸ਼ਾਂ ਨੂੰ ਸੋਚ ਕੇ ਰੱਖਿਆ ਜਾਣਾ ਚਾਹੀਦਾ ਹੈ ਜਾਂ ਲਿਖਿਆ ਜਾਣਾ ਚਾਹੀਦਾ ਹੈ, ਉਹਦੇ ਬਾਰੇ ਓਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚ ਦੱਸਿਆ ਗਿਆ ਸੀ। ਤੇ ਓਬਜੈਕਟਿਵ ਰੈਜ਼ੋਲੂਸ਼ਨ ਦੇ ਉੱਤੇ ਹੀ ਬੇਸਡ ਆਪਣਾ ਜਿਹੜਾ ਸੰਵਿਧਾਨ ਦਾ ਪ੍ਰੀਐम्बल ਲਿਖਿਆ ਗਿਆ ਹੈ। ਇਹ ਵੀ ਕੁਐਸਚਨ ਕਈ ਪੇਪਰਾਂ ਦੇ ਵਿੱਚ ਆ ਚੁੱਕਿਆ ਜੀ ਕਿ ਆਪਣੇ ਸੰਵਿਧਾਨ ਦਾ ਪ੍ਰੀਐम्बल ਕਿਹੜੇ ਨੇਤਾ ਦੇ ਓਬਜੈਕਟਿਵ ਰੈਜ਼ੋਲੂਸ਼ਨ ਦੇ ਕਹਿਣ ਤੇ ਲਿਖਿਆ ਗਿਆ? ਤਾਂ ਉਹਦਾ ਉੱਤਰ ਆਏਗਾ ਜੀ ਜਵਾਹਰ ਲਾਲ ਨਹਿਰੂ। ਇਸ ਤੋਂ ਇਲਾਵਾ ਜੀ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਆਪਾਂ ਨੇ ਪੂਰੀ ਤਰ੍ਹਾਂ ਇੰਪਲੀਮੈਂਟ ਕੀਤਾ ਹੈਗਾ। ਪਰੰਤੂ ਜਿਹੜਾ ਪ੍ਰੀਐम्बल ਹੈ ਜੀ, ਪ੍ਰੀਐम्बल ਆਪਣਾ 26 ਨਵੰਬਰ 1949 ਨੂੰ ਹੀ ਵਰਕਿੰਗ ਦੇ ਵਿੱਚ ਆ ਗਿਆ ਸੀ। ਇਹ ਸਾਰੀ ਡੇਟ ਲਿਖੀ ਹੋਈ ਹੈ ਜੀ। ਇਨ ਆਵਰ ਕੌਂਸਟੀਟਿਊਐਂਟ ਅਸੈਂਬਲੀ ਦਿਸ 26 ਡੇ ਆਫ ਨਵੰਬਰ 1949 ਡੂ ਹੇਅਰ ਬਾਏ ਅਡੋਪਟ, ਇਨੈਕਟ ਐਂਡ ਗਿਵ ਟੂ ਆਵਰ ਸੈਲਫ ਦਿਸ ਕੌਂਸਟੀਟਿਊਸ਼ਨ। ਕਿ 26 ਨਵੰਬਰ 1949 ਨੂੰ ਅਸੀਂ ਆਪਣੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਜਾਂ ਪ੍ਰੀਐम्बल ਹੈ ਇਸ ਨੂੰ ਲਾਗੂ ਕਰਦੇ ਹਾਂ। ਠੀਕ ਹੈ ਜੀ। ਅੱਗੇ ਚੱਲ ਕੇ ਇੱਕ ਇੱਕ ਕਰਕੇ ਇਹ ਸਾਰੇ ਅੱਖਰਾਂ ਦਾ ਮਤਲਬ ਸਮਝਦੇ ਹਾਂ ਜੀ ਕਿ ਕੀ ਕਹਿਣਾ ਚਾਹ ਰਹੇ ਨੇ। ਪਹਿਲੀ ਗੱਲ ਜੀ ਪ੍ਰੀਐम्बल ਆਪਣਾ ਕਿਸ ਚੀਜ਼ ਦੇ ਕੰਪੋਨੈਂਟਸ, ਮਤਲਬ ਕਿਸ ਚੀਜ਼ ਨੂੰ ਦਰਸਾ ਰਿਹਾ ਹੈਗਾ? ਪਹਿਲਾ ਆ ਗਿਆ ਜੀ ਸੋਰਸ ਆਫ ਪਾਵਰ। ਸੋਰਸ ਆਫ ਪਾਵਰ ਤੋਂ ਕੀ ਮਤਲਬ ਹੋਇਆ ਜੀ? ਜਿਸ ਤਰ੍ਹਾਂ ਆਪਾਂ ਸਾਰੇ ਰੋਟੀ ਖਾਂਦੇ ਹਾਂ, ਰੋਟੀ ਖਾ ਕੇ ਆਪਾਂ ਨੂੰ ਕੁਛ એનર્ਜੀ ਮਿਲਦੀ ਹੈ, ਪਾਵਰ ਮਿਲਦੀ ਹੈਗੀ ਆ। ਉਸੇ ਤਰੀਕੇ ਨਾਲ ਜੀ ਆਪਣੇ ਜਿਹੜੇ
ਪ੍ਰੈਸੀਡੈਂਟ ਹੋ ਗਏ, ਰਾਸ਼ਟਰਪਤੀ ਹੋ ਗਏ, ਉਪ ਰਾਸ਼ਟਰਪਤੀ ਹੋ ਗਏ, ਇਸ ਤੋਂ ਇਲਾਵਾ ਆਪਣੇ ਪ੍ਰਧਾਨ ਮੰਤਰੀ ਹੋ ਗਏ, ਆਪਣੀ ਸੁਪਰੀਮ ਕੋਰਟ, ਹਾਈ ਕੋਰਟ ਹੋ ਗਈ। ਠੀਕ ਹੈ ਜੀ, ਇਹ ਸਾਰੇ ਜਿਹੜੇ ਮੰਤਰੀ ਨੇ ਜਾਂ ਇਸ ਤੋਂ ਇਲਾਵਾ ਜਿਹੜੇ ਵੀ ਆਪਣੇ ਸਰਕਾਰੀ ਆਫਿਸ ਨੇ, ਇਲੈਕਸ਼ਨ ਕਮਿਸ਼ਨ, UPSC, ਇਹ ਸਾਰੇ ਕਿਤੇ ਨਾ ਕਿਤੇ ਆਪਣੀ ਪਾਵਰ ਡਰਾਈਵ ਕਰ ਰਹੇ ਨੇ ਜੀ ਆਪਣੇ ਸੰਵਿਧਾਨ ਤੋਂ। ਮਤਲਬ ਕਿ ਇਹਨਾਂ ਦੀ ਸਾਰਿਆਂ ਦੀ ਜਿਹੜੀ ਸ਼ਕਤੀ ਹੈ ਜਾਂ ਪਾਵਰ ਹੈ ਉਹਦਾ ਸਰੋਤ ਹੋ ਗਿਆ ਆਪਣਾ ਸੰਵਿਧਾਨ। ਪਰੰਤੂ ਸੰਵਿਧਾਨ ਦੀ ਪਾਵਰ ਦਾ ਸਰੋਤ ਕੀ ਹੈ ਜੀ, ਇਹਦਾ ਆਪਾਂ ਨੂੰ ਪਤਾ ਕਿੱਥੋਂ ਲੱਗਦਾ? ਇਹਦੀ ਪਾਵਰ ਦਾ ਮੇਨ ਸੋਰਸ ਹੈਗਾ ਜੀ ਵੀ ਦ ਪੀਪਲ ਆਫ ਇੰਡੀਆ, मतलब कि ਅਸੀਂ ਭਾਰਤ ਦੇ ਆਮ ਲੋਕ। ਅਗਰ ਪੁੱਛਿਆ ਜਾਏ ਜੀ ਸੰਵਿਧਾਨ ਦੇ ਪਾਵਰ ਦਾ ਮੇਜਰ ਸੋਰਸ ਕੀ ਹੈ, ਤਾਂ ਦੇਸ਼ ਦੇ ਆਮ ਲੋਕ ਜਿਹੜੇ ਹੈਗੇ ਨੇ ਇਹੀ ਦੇਸ਼ ਦੇ ਸੰਵਿਧਾਨ ਦੀ ਪਾਵਰ ਦਾ ਸੋਰਸ ਨੇ ਜੀ। ਨੈਕਸਟ ਆਇਆ ਜੀ ਨੇਚਰ ਆਫ ਇੰਡੀਅਨ ਸਟੇਟ, मतलब कि ਭਾਰਤ ਦਾ ਜਿਹੜੀ ਸਟੇਟ ਬਣੂਗੀ, ਭਾਰਤ ਇੱਕ ਦੇਸ਼ ਬਣੂਗਾ ਤਾਂ ਉਹ ਕਿੱਦਾਂ ਦਾ ਦੇਸ਼ ਬਣੂਗਾ, ਉਹਦੇ ਬਾਰੇ ਦੱਸਿਆ ਗਿਆ ਜੀ ਕਿ ਭਾਰਤ ਇੱਕ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਰਿਪਬਲਿਕ ਇਹ ਬਣੂਗਾ। ਨੈਕਸਟ ਆਇਆ ਜੀ ਆਪਣਾ ਆਬਜੈਕਟਿਵ ਆਫ ਦਾ ਕਨਸਟੀਟਿਊਸ਼ਨ, मतलब ਆਪਣਾ ਸੰਵਿਧਾਨ ਹੈ ਜਿਹੜਾ ਕਿਹੜੇ ਆਦਰਸ਼ਾਂ ਨੂੰ ਜਾਂ ਕਿਹੜੇ ਉਦੇਸ਼ਾਂ ਨੂੰ ਦੇਖਦੇ ਹੋਏ ਬਣਾਇਆ ਗਿਆ, ਤਾਂ ਆਪਾਂ ਨੇ ਕੀ ਅਚੀਵ ਕਰਨਾ ਹੈ ਜੀ, ਆਪਾਂ ਨੇ ਜਸਟਿਸ ਅਚੀਵ ਕਰਨਾ ਹੈ। ਜਸਟਿਸ ਕਿਹੜੇ ਲੈਵਲ ਤੇ ਅਚੀਵ ਕਰਨਾ ਹੈ? ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਧਰ ਤੇ। ਲਿਬਰਟੀ ਨੂੰ ਅਚੀਵ ਕਰਨਾ ਹੈ ਜੀ। ਇਸ ਤੋਂ ਇਲਾਵਾ ਇਕੁਐਲਿਟੀ ਹੋ ਗਿਆ, ਫਰੈਟਰਨਿਟੀ ਹੋ ਗਿਆ, ਇਹ ਸਾਰੇ ਕੰਮ ਜਿਹੜੇ ਨੇ ਮੇਨ ਆਬਜੈਕਟਿਵ ਆ ਗਏ ਆਪਣੇ ਸੰਵਿਧਾਨ ਦੇ। ਤੇ ਨੈਕਸਟ ਆਇਆ ਜੀ ਡੇਟ ਆਫ ਐਡੋਪਸ਼ਨ। ਡੇਟ ਆਫ ਐਡੋਪਸ਼ਨ ਤੁਹਾਨੂੰ ਦੱਸਿਆ ਜੀ ਕਿ ਆਪਣਾ ਸੰਵਿਧਾਨ ਹੈ ਜਿਹੜਾ ਇਹ 26 ਨਵੰਬਰ 1949 ਨੂੰ ਆਪਣੀ ਸੰਵਿਧਾਨ ਸਭਾ ਦੁਆਰਾ ਅਪਣਾਇਆ ਗਿਆ। ਇਸ ਤੋਂ ਇਲਾਵਾ ਅਗਰ ਇਹ ਵੀ ਕੁਐਸਚਨ ਆ ਜਾਏ ਜੀ ਕਿ ਆਪਣੇ ਸੰਵਿਧਾਨ, ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਕਈ ਸਾਰੀਆਂ ਚੀਜ਼ਾਂ ਐਸੀਆਂ ਨੇ ਜੀ ਕਿ ਜੋ ਕਿ ਆਪਾਂ ਨੇ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨ ਤੋਂ ਲਈਆਂ ਨੇ। ਅਗਰ ਕੁਐਸਚਨ ਇਦਾਂ ਆ ਜਾਏ ਕਿ ਸੰਵਿਧਾਨ ਦੀ ਜਿਹੜੀ ਪ੍ਰੈਂਬਲ ਦੀ ਲੈਂਗੁਏਜ ਹੈਗੀ ਹੈ ਇਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਿੱਤੀ ਹੈ ਜੀ, ਇਹ ਲਿੱਤੀ ਹੈਗੀ ਆਪਾਂ ਨੇ ਅਮਰੀਕਾ ਤੋਂ, ਯੂਨਾਈਟਿਡ ਸਟੇਟਸ ਆਫ ਅਮਰੀਕਾ। ਇਸ ਤੋਂ ਇਲਾਵਾ ਅਲੱਗ-ਅਲੱਗ ਜਿਹੜੇ ਵਿਸ਼ੇ ਨੇ, ਜਿਵੇਂ ਜਸਟਿਸ ਦਾ ਕੰਸੈਪਟ ਆ ਗਿਆ, ਇਹ ਸਾਰੇ ਅੱਗੇ ਚੱਲ ਕੇ ਦੇਖਾਂਗੇ ਜੀ ਕਿ ਜਸਟਿਸ ਹੈ ਜਿਹੜਾ ਰਸ਼ੀਆ ਦੇ ਸੰਵਿਧਾਨ ਤੋਂ ਲਿੱਤਾ ਹੈਗਾ। ਲਿਬਰਟੀ, ਇਕੁਐਲਿਟੀ, ਫਰਟਰਨਿਟੀ ਦਾ ਕੰਸੈਪਟ ਹੈ, ਇਹ ਫ੍ਰੈਂਚ ਕਨਸਟੀਟਿਊਸ਼ਨ ਫਰਾਂਸ ਵਾਲਿਆਂ ਦੇ ਸੰਵਿਧਾਨ ਤੋਂ ਲਿੱਤਾ ਹੈਗਾ। ਇਹ ਸਾਰੀਆਂ ਚੀਜ਼ਾਂ ਆਪਣੇ ਪ੍ਰੈਂਬਲ ਦੀ ਜਿਹੜੀ ਕੋਰ ਚੀਜ਼ ਹੈਗੀ ਹੈ, मतलब ਇਹਦੀ ਜਿਹੜੇ ਮੁੱਢਲੇ ਸਿਧਾਂਤ ਨੇ ਉਹ ਕਿਹੜੇ ਨੇ? ਪਹਿਲਾ ਹੈ ਜੀ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਜਸਟਿਸ, ਲਿਬਰਟੀ, ਇਕੁਐਲਿਟੀ ਤੇ ਫਰਟਰਨਿਟੀ। ਠੀਕ ਹੈ ਜੀ। ਔਰ ਇੱਕ ਚੀਜ਼ ਯਾਦ ਰੱਖਿਓ ਜੀ, ਆਪਣੇ ਸੰਵਿਧਾਨ ਦੇ ਵਿੱਚ ਨਾ ਆਪਾਂ ਸਮੇਂ-ਸਮੇਂ ਤੇ ਜਿਹੜਾ ਹੈ ਸ਼ੋਧ ਕਰਦੇ ਆਏ ਹਾਂ। ਅਗਰ ਕੁਐਸਚਨ ਇਦਾਂ ਆ ਜਾਏ ਕਿ ਆਪਣਾ ਸੰਵਿਧਾਨ ਇੱਕ ਡੈਡ ਬੁੱਕ ਹੈ ਜਾਂ ਲਿਵਿੰਗ ਬੁੱਕ ਹੈ, ਤਾਂ ਆਪਣਾ ਸੰਵਿਧਾਨ ਇੱਕ ਲਿਵਿੰਗ ਬੁੱਕ ਹੈ, ਕਿਉਂਕਿ ਸਮੇਂ-ਸਮੇਂ ਅਨੁਸਾਰ ਆਪਾਂ ਆਪਣੇ ਸੰਵਿਧਾਨ ਦੇ ਵਿੱਚ ਕੁਝ ਕੁ ਬਦਲਾਵ ਜਾਂ ਕੁਝ ਕੁ ਚੇਂਜਿਸ ਕਰਦੇ ਆਏ ਹਾਂ। ਹਾਲੇ ਤੱਕ ਆਪਾਂ ਆਪਣੇ ਸੰਵਿਧਾਨ ਦੇ ਵਿੱਚ 105 ਅਮੈਂਡਮੈਂਟਸ ਜਾਂ 105 ਸ਼ੋਧਾਂ ਕਰ ਚੁੱਕੇ ਹੈਗੇ ਜੀ। ਤੇ ਸੰਵਿਧਾਨ ਦੀ 42ਵੀਂ ਸ਼ੋਧ 42nd ਅਮੈਂਡਮੈਂਟ ਐਕਟ 1976 ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ 3 ਅੱਖਰ ਜੋੜੇ ਗਏ ਨੇ ਜੀ। ਉਹ 3 ਅੱਖਰ ਕਿਹੜੇ ਨੇ? ਸੋਸ਼ਲਿਸਟ, ਸੈਕੂਲਰ ਔਰ ਇੰਟੀਗ੍ਰਿਟੀ। ਕਿੰਨੀ ਹੀ ਵਾਰ ਇਹ ਪੇਪਰਾਂ ਦੇ ਵਿੱਚ ਕੁਐਸਚਨ ਬਣ ਚੁੱਕਿਆ ਜੀ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ 42ਵੀਂ ਸ਼ੋਧ ਨਾਲ ਕਿਹੜੇ ਅੱਖਰ ਜੋੜੇ ਗਏ ਨੇ? ਸੋਸ਼ਲਿਸਟ, ਸੈਕੂਲਰ ਔਰ ਇੰਟੀਗ੍ਰਿਟੀ, ਇਹ ਅੱਖਰ ਨੇ ਜੀ, ਇਹ ਆਪਣੇ ਸੰਵਿਧਾਨ ਦੀ ਪ੍ਰੈਂਬਲ ਦੇ ਵਿੱਚ ਜੋੜੇ ਗਏ ਨੇ। ਤੇ ਕਿਹੜੀ ਅਮੈਂਡਮੈਂਟ ਨਾਲ ਜੋੜੇ ਗਏ ਨੇ ਜੀ? 42ਵੀਂ ਅਮੈਂਡਮੈਂਟ 1976। ਤੇ 42ਵੀਂ ਅਮੈਂਡਮੈਂਟ ਦਾ ਇੱਕ ਚੀਜ਼ ਇਹ ਵੀ ਯਾਦ ਰੱਖਿਓ ਜੀ, ਇਸ ਅਮੈਂਡਮੈਂਟ ਦੇ ਨਾਲ ਨਾ ਆਪਣੇ ਸੰਵਿਧਾਨ ਦੇ ਵਿੱਚ ਬਹੁਤ ਸਾਰੇ ਬਦਲਾਵ ਕੀਤੇ ਗਏ ਸੀ, ਜਿਹਦੇ ਕਰਕੇ ਇਸ ਅਮੈਂਡਮੈਂਟ ਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਜੀ। ਠੀਕ ਹੈ ਜੀ। ਤੇ ਕਈ ਵਾਰ ਨਾ ਪੇਪਰ ਦੇ ਵਿੱਚ ਤੁਹਾਨੂੰ ਆਪਣੇ ਜਿਹੜੇ ਇਹ ਅੱਖਰ ਨੇ ਜੀ, ਇਹ ਇਹ ਅੱਖਰ ਤੁਹਾਨੂੰ ਅੱਗੇ ਪਿੱਛੇ ਕਰਕੇ ਦੇ ਸਕਦੇ ਨੇ ਜੀ ਕਿ ਇਹਨਾਂ ਨੂੰ ਜਿੱਦਾਂ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਉਸੇ ਤਰੀਕੇ ਦੇ ਨਾਲ ਅਰੇਂਜ ਕਰੋ। ਤੁਹਾਨੂੰ ਅੱਗੇ ਪਿੱਛੇ ਕਰਕੇ ਦੇ ਦੇਣਗੇ ਆਪਣਾ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ। ਹੁਣ ਜੇ ਕੁਐਸਚਨ ਇਦਾਂ ਆ ਜਾਏ ਜੀ ਕਿ ਆਪਣੇ ਸੰਵਿਧਾਨ ਦੀ ਜਿਹੜੀ ਓਰੀਜਨਲ ਲੈਂਗੁਏਜ ਸੀ, ਓਰੀਜਨਲ ਲੈਂਗੁਏਜ मतलब ਜਿਹੜਾ ਸੰਵਿਧਾਨ ਆਪਾਂ ਨੇ 26 ਜਨਵਰੀ 1950 ਨੂੰ ਅਪਣਾਇਆ, ਉਸ ਸਮੇਂ ਜਿਹੜੇ ਅੱਖਰ ਆਪਣੇ ਸੰਵਿਧਾਨ ਦੇ ਵਿੱਚ ਸੀਗੇ ਉਸੇ ਤਰੀਕੇ ਨਾਲ ਲਿਖੋ। ਆਪਾਂ ਕਈ ਵਾਰ ਪ੍ਰੈਂਬਲ ਕੁਐਸਚਨ ਪੜ੍ਹ ਕੇ ਜਲਦੀ ਕਰ ਜਾਂਦੇ ਹਾਂ ਜੀ, ਕਿਉਂਕਿ ਰੱਟਾ ਲੱਗਿਆ ਹੁੰਦਾ ਹੈਗਾ। ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਇਹ ਆਪਸ਼ਨ ਤੁਹਾਨੂੰ ਪੱਕਾ ਇੱਕ ਵਾਰ ਪੇਪਰ 'ਚ ਦੇਖਣ ਨੂੰ ਮਿਲੂਗੀ, ਤੇ ਆਪਾਂ ਜਾ ਕੇ ਸਿੱਧਾ ਇਹਦੇ ਤੇ ਟਿਕ ਲਗਾ ਦਾਂਗੇ।
क्वेश्चन ਨੂੰ ਥੋੜਾ ਜਿਹਾ ਧਿਆਨ ਨਾਲ ਅਟੈਂਪਟ ਕਰਨਾ ਹੋਊਗਾ ਜੀ, ਕਿਉਂਕਿ ओरिजिनल ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਹੁਣ 42ਵੀਂ ਸ਼ੋਧ ਦੇ ਨਾਲ ਆਪਾਂ ਨੇ ਸੋਸ਼ਲਿਸਟ ਤੇ ਸੈਕੂਲਰ ਅੱਖਰ ਜੋੜੇ ਨੇਗੇ। ਇਸ ਦਾ ਮਤਲਬ ਇਹ ओरिजिनल ਸੰਵਿਧਾਨ ਦੇ ਵਿੱਚ ਹੈ ਹੀ ਨਹੀਂ ਸੀਗੇ, ਤਾਂ ਸੋਵਰਨ ਤੋਂ ਬਾਅਦ ਸਿੱਧਾ ਡੈਮੋਕ੍ਰੈਟਿਕ ਤੇ ਰਿਪਬਲਿਕ ਆਊਗਾ ਜੀ। ਅਗਰ ਪੁੱਛਿਆ ਜਾਵੇ 42ਵੀਂ ਸ਼ੋਧ ਨਾਲ ਕਿਹੜੇ ਅੱਖਰ ਜੋੜੇ ਗਏ ਨੇ ਜਾਂ ਪ੍ਰੈਜ਼ੈਂਟ ਕਨਸਟੀਟਿਊਸ਼ਨ ਦੀ ਲੈਂਗੁਏਜ ਕਿਹੜੀ ਹੈ, ਫਿਰ ਤੁਸੀਂ ਲਗਾਓਗੇ ਜੀ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ। ਠੀਕ ਹੈ ਜੀ। ਹੁਣ ਇੱਕ ਇੱਕ ਕਰਕੇ ਸਮਝਦੇ ਹਾਂ ਜੀ ਸੋਵਰਨ ਦਾ ਕੀ मतलब है। सोवरन बेसिकली हो गया जी प्रभुतावादी या प्रभु सत्ता। मतलब कि जी जिस तरह ਆਪਾਂ ਨੂੰ ਆਪਣੇ ਦੇਸ਼ ਦੇ ਫੈਸਲੇ ਲੈਣ ਲਈ ਕਿਸੇ ਹੋਰ ਦੇਸ਼ ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈਗੀ। ਆਪਾਂ ਪੂਰੀ ਤਰ੍ਹਾਂ ਕੰਪਲੀਟ ਇੰਡੀਪੈਂਡੈਂਸ ਲਈ ਹੈ ਜੀ ਅੰਗਰੇਜ਼ਾਂ ਤੋਂ, ਬ੍ਰਿਟਿਸ਼ ਕਾਮਨਵੈਲਥ ਤੋਂ ਆਪਾਂ ਨੇ ਪੂਰੀ ਤਰ੍ਹਾਂ ਆਜ਼ਾਦੀ ਲਈ ਹੈਗੀ ਹੈ। ਆਪਾਂ ਉਹਨਾਂ ਤੋਂ ਡੋਮੀਨੀਅਨ ਸਟੇਟਸ ਨਹੀਂ ਲਿਆ। ਡੋਮੀਨੀਅਨ ਸਟੇਟਸ ਮਤਲਬ ਕਿ ਆਪਾਂ ਉਹਨਾਂ ਦੇ ਅਧੀਨ ਹੋ ਕੇ ਕੰਮ ਨਹੀਂ ਕਰ ਰਹੇ ਹੈਗੇ। ਜਿਸ ਤਰ੍ਹਾਂ ਜੀ ਭਾਰਤ ਦੀ ਪਾਰਲੀਮੈਂਟ ਹੈ ਜਿਹੜੀ, ਇਹ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਾਉਣ ਦੇ ਲਈ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਪਾਵਰਫੁਲ ਹੈ। ਤੇ ਕਈ ਵਾਰ ਇੱਦਾਂ ਹੁੰਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ 2019 ਦੇ ਵਿੱਚ ਜਦੋਂ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦਾ ਉਹਦਾ ਸਟੇਟਹੁੱਡ ਵਾਪਸ ਲਿਆ ਹੈਗਾ, ਮਤਲਬ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾਇਆ ਹੈਗਾ, ਤਾਂ ਇਸ ਟਾਈਮ ਤੇ ਜਿਹੜਾ ਹੈ ਜੀ ਆਪਣੇ ਇੰਟਰਨੈਸ਼ਨਲ ਲੈਵਲ ਤੇ ਭਾਰਤ ਸਰਕਾਰ ਨੂੰ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਫੇਸ ਕਰਨਾ ਪਿਆ ਸੀ। ਬਟ ਭਾਰਤ ਸਰਕਾਰ ਆਪਣੇ ਫੈਸਲੇ ਤੇ ਅੜੀ ਰਹੀ, ਕਿਉਂਕਿ ਆਪਾਂ ਜਿਹੜਾ ਹੈ ਜੀ ਇੱਕ ਸੋਵਰਨ ਦੇਸ਼ ਆ। ਮਤਲਬ ਕਿ ਆਪਾਂ ਨੂੰ ਆਪਣੇ ਦੇਸ਼ ਦੇ ਬਾਹਰੀ ਮੁੱਦਿਆਂ ਦੇ ਉੱਤੇ ਅਤੇ ਦੇਸ਼ ਦੇ ਆਂਤਰਿਕ ਮੁੱਦਿਆਂ ਦੇ ਉੱਤੇ ਕਿਸੇ ਦੀ ਸਲਾਹ ਮਸ਼ਵਰੇ ਦੀ ਲੋੜ ਨਹੀਂ ਹੁੰਦੀ ਹੈਗੀ। ਆਪਾਂ ਆਪਣੇ ਦੇਸ਼ ਦੇ ਲਈ ਜੋ ਚੰਗਾ ਹੋ ਸਕਦਾ ਹੈ ਆਪਾਂ ਉਹ ਚੀਜ਼ਾਂ ਕਰਾਂਗੇ। ਇਸ ਤੋਂ ਇਲਾਵਾ ਜਿਵੇਂ ਤੁਸੀਂ ਸੁਣਿਆ ਹੋਊਗਾ ਜੀ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ, ਅੱਜ ਵੀ ਚੱਲ ਰਹੀ ਹੈ ਜੀ। ਤੇ ਜਦੋਂ ਰਸ਼ੀਆ ਯੂਕਰੇਨ ਦਾ ਯੁੱਧ ਚੱਲਿਆ ਤਾਂ ਰਸ਼ੀਆ ਦੇ ਉੱਤੇ ਕਈ ਸਾਰੀਆਂ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਉਹਨਾਂ ਨੇ ਸੈਂਕਸ਼ਨ ਲਗਾਉਣੇ ਸ਼ੁਰੂ ਕੀਤੇ। ਮਤਲਬ ਕਿ ਅਸੀਂ ਕਿ ਰਸ਼ੀਆ ਤੋਂ ਕੋਈ ਵਪਾਰ ਨਹੀਂ ਕਰਾਂਗੇ, ਇਹਨਾਂ ਦੇ ਨਾਲ ਜਿਹੜਾ ਸਾਡਾ ਟ੍ਰੇਡ ਚੱਲਦਾ ਹੈਗਾ ਉਹਨੂੰ ਰੋਕਾਂਗੇ, ਅਤੇ ਜ਼ਿਆਦਾ ਤੋਂ ਜ਼ਿਆਦਾ ਕੰਟਰੀਆਂ ਨੂੰ ਕਿਹਾ ਗਿਆ ਵੀ ਤੁਸੀਂ ਜਿਹੜਾ ਹੈ ਰਸ਼ੀਆ ਦੇ ਨਾਲ ਵਪਾਰ ਕਰਨਾ ਬੰਦ ਕਰੋ। ਪਰੰਤੂ ਭਾਰਤ ਨੇ ਜਿਹੜਾ ਹੈ ਜੀ ਇੰਡੀਅਨ ਕਰੰਸੀ ਦੇ ਵਿੱਚ ਰਸ਼ੀਆ ਦੇ ਨਾਲ ਕੱਚਾ ਤੇਲ, ਕਿਉਂਕਿ ਆਪਾਂ ਕੱਚਾ ਤੇਲ ਕਿਸੇ ਵਿਦੇਸ਼ੀ ਥਾਵਾਂ ਤੋਂ ਇੰਪੋਰਟ ਕਰਦੇ ਹੈਗੇ, ਤਾਂ ਰਸ਼ੀਆ ਤੋਂ ਆਪਾਂ ਨੇ ਆਪਣਾ ਕੱਚਾ ਤੇਲ ਪਰਚੇਜ਼ ਕੀਤਾ ਹੈਗਾ। ਕਿਉਂ ਕੀਤਾ ਜੀ? ਕਿਉਂਕਿ ਉਸਦੀ ਸਾਨੂੰ ਲੋੜ ਹੈਗੀ ਹੈ। ਸਾਨੂੰ ਆਪਣੇ ਦੇਸ਼ ਦੇ ਨਾਗਰਿਕਾਂ ਦਾ ਸੋਚਣਾ ਹੈਗਾ, ਕਿਉਂਕਿ ਅਸੀਂ ਆਪਦੇ ਭਾਰਤ ਦੇ ਆਂਤਰਿਕ ਜਾਂ ਬਾਹਰਲੀ ਮੁੱਦਿਆਂ ਦੇ ਉੱਤੇ ਨਿਆਂ ਲੈਣ ਦੇ ਲਈ ਜਾਂ ਬੇਸਿਕਲੀ ਡਿਸੀਜਨ ਲੈਣ ਦੇ ਲਈ ਪੂਰੀ ਤਰ੍ਹਾਂ ਇੰਡੀਪੈਂਡੈਂਟ ਹੈਗੇ ਆ। ਠੀਕ ਹੈ ਜੀ। ਔਰ ਇਸ ਦੇ ਨਾਲ ਹੀ ਕੀ ਹੈ ਜੀ, ਭਾਰਤ ਦੇ ਵਿੱਚ ਕੋਈ ਵੀ ਅਥਾਰਟੀ ਹੈ ਜਿਹੜੀ ਇਹਦੇ ਤੋਂ ਉੱਤੇ ਨਹੀਂ ਹੈਗੀ, ਤੇ ਆਪਾਂ ਆਪਣੇ ਚਾਹੇ ਆਂਤਰਿਕ ਤੇ ਬਾਹਰੀ ਮੁੱਦੇ ਨੇ ਜਿਹੜੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਾ ਸਕਦੇ ਹੈਗੇ ਆ। ਇਸ ਦੇ ਨਾਲ ਹੀ ਕੀ ਆ ਗਿਆ ਜੀ, ਸੋਵਰਨ ਸਟੇਟ ਹੋਣ ਦੇ ਨਾਤੇ ਭਾਰਤ ਕੋਈ ਵੀ ਚਾਹੇ ਵਿਦੇਸ਼ੀ ਥਾਂ ਹੈਗੀ ਹੈ ਉਹਨੂੰ ਵੀ ਐਕਵਾਇਰ ਕਰ ਸਕਦਾ ਹੈਗਾ, ਚਾਹੇ ਆਪਣਾ ਕੋਈ ਏਰੀਆ ਜਿਹੜਾ ਹੈ ਕਿਸੇ ਦੇਸ਼ ਨੂੰ ਦੇ ਸਕਦਾ ਹੈਗਾ। ਜਿਸ ਤਰ੍ਹਾਂ ਤੁਸੀਂ ਸੰਵਿਧਾਨ ਦੀ 100th ਅਮੈਂਡਮੈਂਟ ਐਕਟ 2015 ਪੜ੍ਹੀ ਹੋਏਗੀ ਜੀ। ਇਹਦੇ ਵਿੱਚ ਹੈਗਾ ਆਪਣਾ ਲੈਂਡ ਬਾਉਂਡਰੀ ਐਗਰੀਮੈਂਟ। ਲੈਂਡ ਬਾਉਂਡਰੀ ਐਗਰੀਮੈਂਟ ਕੀ ਹੈ ਜੀ? ਅਗਰ ਤੁਸੀਂ ਭਾਰਤ ਤੇ ਬੰਗਲਾਦੇਸ਼ ਦਾ ਨਕਸ਼ਾ ਦੇਖੋਗੇ, ਕਿਉਂਕਿ ਭਾਰਤ ਦਾ ਕੁਝ ਏਰੀਆ ਬੰਗਲਾਦੇਸ਼ ਦੀ ਟੈਰੀਟਰੀ ਦੇ ਵਿੱਚ ਜਾ ਰਿਹਾ ਸੀ ਔਰ ਬੰਗਲਾਦੇਸ਼ ਦਾ ਕੁਝ ਏਰੀਆ ਭਾਰਤ ਦੇ ਵਿੱਚ ਆ ਰਿਹਾ ਸੀ, ਤਾਂ ਲੈਂਡ ਬਾਉਂਡਰੀ ਐਗਰੀਮੈਂਟ ਦੇ ਵਿੱਚ ਭਾਰਤ ਸਰਕਾਰ ਨੇ ਕੀ ਕੀਤਾ ਜੀ ਕਿ ਭਾਰਤ ਦਾ ਜਿਹੜਾ ਏਰੀਆ ਬੰਗਲਾਦੇਸ਼ ਵੱਲ ਜਾ ਰਿਹਾ ਸੀ ਆਪਾਂ ਨੇ ਉਹਨਾਂ ਨੂੰ ਦਿੱਤਾ, ਤੇ ਉਹਨਾਂ ਦਾ ਏਰੀਆ ਜਿਹੜਾ ਆਪਣੇ ਵੱਲ ਆ ਰਿਹਾ ਸੀ ਉਹ ਆਪਾਂ ਨੇ ਰੱਖ ਲਿਆ। ਠੀਕ ਹੈ ਜੀ। ਤੇ ਇਹਦਾ ਮਤਲਬ ਕੀ ਹੋ ਗਿਆ, ਆਪਾਂ ਨੇ ਆਪਣਾ ਏਰੀਆ ਕੁਝ ਬੰਗਲਾਦੇਸ਼ ਨੂੰ ਲੈ ਦਿੱਤਾ ਤੇ ਬੰਗਲਾਦੇਸ਼ ਦਾ ਕੁਝ ਏਰੀਆ ਆਪਾਂ ਨੇ ਆਪਣੇ ਨਾਲ ਜੋੜ ਲਿਆ। ਇਸ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਜੀ 1947 ਦੇ ਵਿੱਚ ਸਿਰਫ ਅੰਗਰੇਜ਼ ਹੀ ਭਾਰਤ ਨੂੰ ਛੱਡ ਕੇ ਗਏ ਸੀਗੇ। ਉਸ ਤੋਂ ਬਾਅਦ ਆਪਾਂ ਨੇ ਗੋਆ, ਦਮਨ ਦੀਊ, ਦਾਦਰ ਨਗਰ ਹਵੇਲੀ ਇਹ ਸਾਰਿਆਂ ਨੂੰ ਸਮੇਂ-ਸਮੇਂ ਤੇ ਭਾਰਤ ਦੇ ਨਾਲ ਜੋੜਿਆ। ਮਤਲਬ ਕੀ ਹੋਇਆ ਜੀ, ਆਪਾਂ ਨੇ ਹੋਰ ਥਾਵਾਂ ਦੇ ਉੱਤੇ ਸਮੇਂ-ਸਮੇਂ ਤੇ ਕਬਜ਼ਾ ਕੀਤਾ ਹੈਗਾ। ਤਾਂ ਇਹਦਾ ਮਤਲਬ ਕੀ ਹੋਇਆ ਜੀ, ਭਾਰਤ ਆਪਣਾ ਕਿਸੇ ਫੋਰਨ ਟੈਰੀਟਰੀ ਨੂੰ ਦਾ ਮਤਲਬ ਕਿਸੇ ਫੋਰਨ ਟੈਰੀਟਰੀ ਦੇ ਉੱਤੇ ਕਬਜ਼ਾ ਵੀ ਕਰ ਸਕਦਾ ਹੈ ਜਾਂ ਭਾਰਤ ਦਾ ਕੁਝ ਏਰੀਆ ਕਿਸੇ ਹੋਰ ਦੇਸ਼ ਨੂੰ ਦੇ ਵੀ ਸਕਦਾ ਹੈ। ਠੀਕ ਹੈ ਜੀ। ਤਾਂ ਇਹਦਾ ਮਤਲਬ ਬੇਸਿਕਲੀ ਆਪਣਾ ਕੀ ਆਇਆ ਕਿ ਭਾਰਤ ਦੇ ਜਿਹੜੇ ਭਾਰਤ ਦੇ ਲੋਕ ਨੇ ਜਾਂ ਭਾਰਤ ਦੀ ਸਰਕਾਰ ਹੈ ਉਹ ਕਿਸੇ ਦੇ ਬੰਧਨ ਦੇ ਵਿੱਚ ਨਹੀਂ ਹੈਗੀ। ਆਪਾਂ ਆਪਣੇ ਦੇਸ਼ ਦੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਆਤਮ ਨਿਰਭਰ ਹੈਗੇ ਆ। ਠੀਕ ਹੈ ਜੀ। ਨੈਕਸਟ ਆਇਆ ਜੀ ਆਪਣੇ ਕੋਲੇ ਸੋਸ਼ਲਿਸਟ। ਸੋਸ਼ਲਿਜ਼ਮ ਦਾ ਤੁਸੀਂ ਸੁਣਿਆ ਹੋਊਗਾ ਜੀ, ਇਕਨੋਮੀ ਦੇ ਵਿੱਚ ਜਿਹੜਾ ਕਨਸੈਪਟ ਆਉਂਦਾ ਹੈਗਾ ਆਪਣਾ ਕੈਪੀਟਲਿਜ਼ਮ ਅਤੇ ਸੋਸ਼ਲਿਜ਼ਮ ਦਾ, ਪੂੰਜੀਵਾਦ ਅਤੇ ਸਮਾਜਵਾਦ। ਹੁਣ ਆਪਣਾ ਜਦੋਂ ਭਾਰਤ ਆਜ਼ਾਦ ਹੋਇਆ ਜੀ ਆਪਣੀ ਇੱਕ ਸੋਸ਼ਲਿਸਟ ਸੁਸਾਇਟੀ ਰਹੀ ਹੈਗੀ ਆ। ਪਹਿਲਾਂ ਤਾਂ ਇਹ ਅੱਖਰ ਹੈ ਜਿਹੜਾ ਇਹ 42ਵੀਂ ਸ਼ੋਧ ਨਾਲ ਜੋੜਿਆ ਗਿਆ ਜੀ, ਤੇ ਇੰਡੀਆ ਜਿਹੜਾ ਹੈਗਾ ਇੱਕ ਡੈਮੋਕ੍ਰੈਟਿਕ ਸੋਸ਼ਲਿਜ਼ਮ ਵੱਲ ਚੱਲਦਾ। ਜਿਸ ਤਰ੍ਹਾਂ ਤੁਸੀਂ ਰਸ਼ੀਆ, ਚਾਈਨਾ, ਨਾਰਥ ਕੋਰੀਆ ਇਹਨਾਂ ਦੇ ਬਾਰੇ ਸੁਣਿਆ ਹੋਊਗਾ ਜੀ, ਇੱਥੇ ਚੱਲਦਾ ਆਪਣਾ ਕਮਿਊਨਿਜ਼ਮ ਜਾਂ ਸਟੇਟ ਸੋਸ਼ਲਿਜ਼ਮ।
ਜਿਹੜੇ ਵੀ ਮੀਨਸ ਆਫ ਪ੍ਰੋਡਕਸ਼ਨ ਹੁੰਦੇ ਨੇ, ਚਾਹੇ ਕੋਈ ਮਾਈਨਸ ਹੋਣ, ਚਾਹੇ ਕੋਈ ਫੈਕਟਰੀ ਹੋਵੇ, ਚਾਹੇ ਕੋਈ ਵੀ ਰੇਲਵੇ ਰੋਡ ਨੈਟਵਰਕ ਐਕਸੈਟਰਾ ਕੁਝ ਵੀ ਹੋਵੇ ਜੀ, ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਉੱਥੇ ਦੀ ਸਰਕਾਰ ਦੁਆਰਾ ਓਨ ਕੀਤੀਆਂ ਜਾਂਦੀਆਂ ਨੇ। ਮਤਲਬ ਉਹਨਾਂ ਦੇ ਜਿਹੜੇ ਪ੍ਰੋਪਰਟੀ ਰਾਈਟਸ ਨੇ ਜਾਂ ਉਹਨਾਂ ਦੀ ਓਨਰਸ਼ਿਪ ਹੈ ਉੱਥੇ ਦੀ ਸਰਕਾਰ ਨਾਲ ਹੀ ਚੱਲਦੀ ਹੈ। ਪਰੰਤੂ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਜੀ ਚਾਈਨਾ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਪ੍ਰਾਈਵੇਟ ਇਨਵੈਸਟਰ ਜਾਂ ਪ੍ਰਾਈਵੇਟ ਪਲੇਅਰ ਵੀ ਦੇਖਣ ਨੂੰ ਮਿਲਦੇ ਨੇਗੇ, ਬਟ ਜ਼ਿਆਦਾਤਰ ਉੱਥੇ ਕੀ ਹੈ, ਉੱਥੇ ਦੀ ਮਤਲਬ ਸਰਕਾਰ ਦਾ ਜ਼ਿਆਦਾ ਮੇਜਰ ਰੋਲ ਪਲੇ ਕਰਦੀ ਹੈ ਜੀ। ਪਰੰਤੂ ਭਾਰਤ ਦੇ ਵਿੱਚ ਕੀ ਹੈ, ਭਾਰਤ ਦੇ ਵਿੱਚ ਆਪਾਂ ਨੇ ਕਿਤੇ ਤਾਂ ਸਰਕਾਰੀ ਕੰਪਨੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਦੀ ਡੇਟ 'ਚ, ਕਿਤੇ ਕਿਤੇ ਤੁਹਾਨੂੰ ਪ੍ਰਾਈਵੇਟ ਪਲੇਅਰ ਵੀ ਦੇਖਣ ਨੂੰ ਮਿਲਦੇ ਨੇ। ਜਿਸ ਤਰ੍ਹਾਂ ਇੰਡੀਅਨ ਰੇਲਵੇ ਇੱਕ ਸਰਕਾਰੀ ਕੰਪਨੀ ਹੋ ਗਈ ਜੀ, ਉਸੇ ਤਰੀਕੇ ਨਾਲ ਰਿਲਾਇੰਸ ਕੰਪਨੀ ਹੋ ਗਈ ਇੱਕ ਪ੍ਰਾਈਵੇਟ ਕੰਪਨੀ। ਔਰ ਗਾਂਧੀਅਨ ਆਪਣਾ ਜਿਹੜਾ ਭਾਰਤ ਦਾ ਸੋਸ਼ਲਿਜ਼ਮ ਹੈ ਜੀ, ਇਹ ਮਾਰਕਸਿਜ਼ਮ ਅਤੇ ਗਾਂਧੀਇਜ਼ਮ ਇਹਨਾਂ ਦੋਨਾਂ ਦਾ ਇੱਕ ਮਿਕਸਚਰ ਹੈਗਾ, ਠੀਕ ਹੈ ਜੀ। ਤੇ ਆਪਣਾ ਜਿਹੜਾ ਜ਼ਿਆਦਾਤਰ ਝੁਕਾਵ ਹੈ ਇਹ ਗਾਂਧੀਅਨ ਸੋਸ਼ਲਿਜ਼ਮ ਵੱਲ ਹੈਗਾ। ਗਾਂਧੀਅਨ ਸੋਸ਼ਲਿਜ਼ਮ ਦੇ ਵਿੱਚ ਕੀ ਹੈ ਜੀ ਵੀ ਕਿ ਆਪਾਂ ਨੇ ਜਿਹੜਾ ਹੈ ਸਮਾਜਵਾਦ ਦੇ ਸਿਧਾਂਤ ਤੇ ਚੱਲਣਾ ਹੈਗਾ, ਅਮੀਰਾਂ ਕੋਲ ਜ਼ਿਆਦਾ ਪੈਸਾ ਨਹੀਂ ਇਕੱਠਾ ਹੋਣ ਦੇਣਾ, ਆਪਣੇ ਜਿਹੜੇ ਹੈਗੇ ਕੰਸਨਟ੍ਰੇਸ਼ਨ ਆਫ ਵੈਲਥ ਨਹੀਂ ਹੋਣੀ ਚਾਹੀਦੀ, ਸਿੱਧਾ ਜੀਗਾ। ਮਤਲਬ ਇਹਦੇ 'ਚ ਕੀ ਹੈ ਜੀ ਕਿ ਅਮੀਰ ਜ਼ਿਆਦਾ ਅਮੀਰ ਨਾ ਹੋਈ ਜਾਵੇ, ਜਿਹਦੇ ਨਾਲ ਕੀ ਹੈ ਗਰੀਬ ਜ਼ਿਆਦਾ ਗਰੀਬੀ 'ਚ ਜਾਈ ਜਾਵੇ। ਤਾਂ ਆਪਣੇ ਜਿਹੜੇ DPSP ਨੇ ਜੀ, DPSP ਦੇ ਵਿੱਚ ਵੀ ਅੱਗੇ ਜਾ ਕੇ ਤੁਸੀਂ ਪੜ੍ਹੋਗੇ ਕਿ ਆਪਣੇ ਸਰਕਾਰ ਜਿਹੜਾ ਹੈਗਾ, ਸਰਕਾਰ ਕਿਸੇ ਤੋਂ ਵੀ ਵੈਲਥ ਦੀ ਕੰਸਨਟ੍ਰੇਸ਼ਨ ਨਹੀਂ ਹੋਣ ਦਿੰਦੀ। ਜਿਸ ਤਰ੍ਹਾਂ ਕਿਸੇ ਬੰਦੇ ਕੋਲੇ ਪੈਸਾ ਜ਼ਿਆਦਾ ਆ ਰਿਹਾ ਹੋਊਗਾ ਤਾਂ ਸਰਕਾਰ ਉਹਦੇ ਤੋਂ ਉਨਾ ਹੀ ਜ਼ਿਆਦਾ ਟੈਕਸ ਵਸੂਲ ਕਰ ਰਹੀ ਹੋਊਗੀ, ਠੀਕ ਹੈ ਜੀ। ਤਾਂ ਉਹਨੂੰ ਜਿਹੜਾ ਪੈਸਾ ਸਰਕਾਰ ਕੋਲੇ ਟੈਕਸ ਦੇ ਥਰੂ ਆਊਗਾ, ਉਹਨੂੰ ਲੋਕਾਂ ਦੀ ਭਲਾਈ ਦੇ ਵਿੱਚ ਖਰਚ ਕੀਤਾ ਜਾਊਗਾ, ਚਾਹੇ ਕਿਤੇ ਰੋਡ ਬਣਾ ਦੇ, ਚਾਹੇ ਕਿਤੇ ਰਾਸ਼ਨ ਦਾ ਸਮਾਨ ਦੇ ਦੇ, ਚਾਹੇ ਉਹਨਾਂ ਦੇ ਲਈ ਹੈਲਥ ਕੇਅਰ ਫੈਸਿਲਿਟੀਜ਼ ਦੇ ਦੇ, ਇਹ ਸਾਰਾ ਕੁਝ, ਠੀਕ ਹੈ ਜੀ। ਤੇ ਸੋਸ਼ਲਿਜ਼ਮ ਜਿਹੜਾ ਹੈ ਜੀ, ਇਹ ਟਾਈਮ ਟੂ ਟਾਈਮ ਜਿਹੜਾ ਹੈ ਸੋਸ਼ਲਿਜ਼ਮ ਦਾ ਸਿਧਾਂਤ ਬੇਸਿਕਲੀ ਕਾਰਲ ਮਾਰਕਸ ਨੇ ਦਿੱਤਾ ਸੀ। ਉਹਨਾਂ ਦੀ ਕਿਤਾਬ ਦਾ ਨਾਮ ਹੈ ਜੀ ਦਾਸ ਕੈਪੀਟਲ, ਬਾਈਬਲ ਆਫ ਸੋਸ਼ਲਿਜ਼ਮ ਵੀ ਕਹਿ ਦਿੰਦੇ ਨੇ ਉਹਨੂੰ। ਨੈਕਸਟ ਆਇਆ ਜੀ ਆਪਣੇ ਕੋਲੇ ਸੈਕੂਲਰ। ਸੈਕੂਲਰ ਮਤਲਬ ਕੀ ਹੋਇਆ ਜੀ, ਧਰਮ ਨਿਰਪੱਖ। ਧਰਮ ਨਿਰਪੱਖ ਮਤਲਬ ਜੀ ਕਿ ਭਾਰਤ ਦੇ ਵਿੱਚ ਤੁਹਾਨੂੰ ਪਤਾ ਜੀ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਨੇ। ਭਾਰਤ ਦੇ ਵਿੱਚ ਮੇਜਰ 4 ਧਰਮ ਨੇ ਜਿਹੜੇ ਸ਼ੁਰੂ ਹੋਏ ਨੇ ਜੀ, ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ, ਠੀਕ ਹੈ ਜੀ। ਅਤੇ ਭਾਰਤ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਧਰਮ ਨੂੰ ਮੰਨਣ ਵਾਲੇ ਲੋਕ ਦੇਖਣ ਨੂੰ ਮਿਲਦੇ ਨੇਗੇ, ਜਿਹਦੇ ਕਰਕੇ ਕੀ ਹੈ ਭਾਰਤ ਦਾ ਕੋਈ ਓਫੀਸ਼ੀਅਲ ਧਰਮ ਆਪਾਂ ਨੇ ਡਿਕਲੇਅਰ ਨਹੀਂ ਕੀਤਾ। ਇਹ ਜਿਹੜਾ ਵਰਡ ਹੈ ਜੀ, ਇਹ ਆਪਾਂ ਨੇ ਜੋੜਿਆ ਸੰਵਿਧਾਨ ਦੇ ਵਿੱਚ 42ਵੀਂ ਸ਼ੋਧ ਦੇ ਨਾਲ। ਤੇ ਇਹਦੇ ਵਿੱਚ ਕੀ ਹੈ ਜੀ ਕਿ ਆਪਣੇ ਭਾਰਤ ਦੇ ਵਿੱਚ ਸੈਕੂਲਰਿਜ਼ਮ ਦਾ ਪੋਜ਼ਿਟਿਵ ਕਨਸੈਪਟ ਚੱਲਦਾ ਹੈ। ਇਸ ਦਾ ਕੀ ਮਤਲਬ ਹੋਇਆ ਜੀ ਕਿ ਭਾਰਤ ਨੇ ਆਪਦਾ ਕੋਈ ਓਫੀਸ਼ੀਅਲ ਧਰਮ ਡਿਕਲੇਅਰ ਨਹੀਂ ਕੀਤਾ ਹੋਇਆ। ਜਿਸ ਤਰ੍ਹਾਂ ਤੁਹਾਨੂੰ ਅਗਰ ਪਾਕਿਸਤਾਨ ਦਾ ਓਫੀਸ਼ੀਅਲ ਨਾਮ ਦੇਖੋ ਜੀ, ਉਸਦਾ ਨਾਮ ਆਉਂਦਾ ਹੈ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ। ਮਤਲਬ ਕੀ ਹੋਇਆ ਜੀ ਕਿ ਪਾਕਿਸਤਾਨ ਵਾਲਿਆਂ ਨੇ ਆਪਣੇ ਦੇਸ਼ ਦਾ ਇੱਕ ਧਰਮ ਡਿਕਲੇਅਰ ਕੀਤਾ ਹੋਇਆ ਕਿ ਸਾਡੇ ਦੇਸ਼ ਦਾ ਓਫੀਸ਼ੀਅਲ ਧਰਮ ਕੀ ਹੈ, ਇਸਲਾਮ ਹੈ। ਉਸੇ ਤਰੀਕੇ ਨਾਲ ਭਾਰਤ ਦਾ ਆਪਾਂ ਨੇ ਕੋਈ ਵੀ ਧਰਮ ਹੈ ਉਸ ਨੂੰ ਓਫੀਸ਼ੀਅਲ ਧਰਮ ਦਾ ਸਟੇਟਸ ਨਹੀਂ ਦਿੱਤਾ ਹੋਇਆ, ਕਿਉਂਕਿ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੀ ਡਾਇਵਰਸਿਟੀ ਦੇਖਣ ਨੂੰ ਮਿਲਦੀ ਹੈ ਜੀ, ਅਲੱਗ-ਅਲੱਗ ਧਰਮਾਂ ਦੇ ਲੋਕ ਦੇਖਣ ਨੂੰ ਮਿਲਦੇ ਨੇ। ਤਾਂ ਸਾਰੇ ਲੋਕ ਕੀ ਨੇਗੇ ਇੱਥੇ ਸਮਾਨ ਨਿਆਂ ਦੇ ਲਈ ਹੱਕ ਰੱਖਦੇ ਨੇ, ਤੇ ਸਾਰੇ ਧਰਮਾਂ ਨੂੰ ਜਿਹੜਾ ਹੈ ਜੀ ਸਮਾਨ ਸਟੇਟਸ ਦਿੱਤਾ ਜਾਊਗਾ ਅਤੇ ਸਟੇਟ ਦੇ ਵੱਲੋਂ ਸਾਰੇ ਧਰਮਾਂ ਨੂੰ ਜਿਹੜਾ ਹੈ ਬਰਾਬਰ ਸਪੋਰਟ ਦਿੱਤੀ ਜਾਊਗੀ। ਆਰਟੀਕਲ 25 ਤੋਂ 28 ਜਿਹੜੇ ਆਪਣੇ ਰਾਈਟ ਟੂ ਫਰੀडम ਆਫ ਰਿਲੀਜਨ ਵਾਲੇ ਨੇ ਜੀ, ਉਹ ਸਾਰੇ ਦੇ ਸਾਰੇ ਧਰਮ ਦੇ ਨਾਲ ਹੀ ਡੀਲ ਕਰਦੇ ਨੇ। ਨੈਕਸਟ ਆਇਆ ਜੀ ਆਪਣਾ ਡੈਮੋਕ੍ਰੇਟਿਕ। ਡੈਮੋਕ੍ਰੇਟਿਕ ਕੀ ਹੋਇਆ ਜੀ ਕਿ ਜਿਹਦੇ ਵਿੱਚ ਜਿਹੜਾ ਹੈ ਲੋਕਾਂ ਦੇ ਕੋਲੇ ਸਰਕਾਰ ਬਣਾਉਣ ਦੀ ਜ਼ਿਆਦਾ ਪਾਵਰ ਹੋਏਗੀ ਜਾਂ ਸਰਕਾਰ ਚੁਣਨ ਦੀ ਪਾਵਰ ਹੋਏਗੀ। ਡੈਮੋਕ੍ਰੇਸੀ ਵੀ 2 ਪ੍ਰਕਾਰ ਦੀ ਹੈ ਜੀ, ਡਾਇਰੈਕਟ ਡੈਮੋਕ੍ਰੇਸੀ ਜਾਂ ਇਨਡਾਇਰੈਕਟ ਡੈਮੋਕ੍ਰੇਸੀ। ਡਾਇਰੈਕਟ ਡੈਮੋਕ੍ਰੇਸੀ ਦੇ ਵਿੱਚ ਕੀ ਹੋਏਗਾ ਜੀ, ਇਹਦੇ ਵਿੱਚ ਤੁਹਾਨੂੰ 4 ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਰੈਫਰੈਂਡਮ, ਇਨੀਸ਼ੀਏਟਿਵ, ਰਿਕਾਲ, ਪਲੈਬੀਸਾਈਟ। ਡਾਇਰੈਕਟ ਡੈਮੋਕ੍ਰੇਸੀ ਬੇਸਿਕਲੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜੀ ਆਪਣੇ ਸਵਿਟਜ਼ਰਲੈਂਡ ਦੇ ਵਿੱਚ। ਇੱਥੇ ਕੀ ਹੈ ਜੀ, ਮਤਲਬ ਰੈਫਰੈਂਡਮ ਦਾ ਮਤਲਬ ਕੀ ਹੋਇਆ ਕਿ ਲੋਕਾਂ ਦੀ ਰਾਏ ਲਿੱਤੀ ਜਾਂਦੀ ਹੈਗੀ ਹੈ ਕਿ ਆਪਾਂ ਨੇ ਦੇਸ਼ ਦੇ ਵਿੱਚ ਕੀ ਚੀਜ਼ ਕਰਨਾ ਹੈ। ਜਿਸ ਤਰ੍ਹਾਂ ਤੁਸੀਂ ਇੱਕ ਬ੍ਰੈਕਸਿਟ ਦੇ ਬਾਰੇ ਸੁਣਿਆ ਹੋਵੇਗਾ ਜੀ। ਬ੍ਰੈਕਸਿਟ ਦਾ ਮਤਲਬ ਹੈ ਬ੍ਰਿਟੇਨ ਐਗਜ਼ਿਟ। ਜਦੋਂ ਬ੍ਰਿਟੇਨ ਨੇ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣਾ ਸੀ ਤਾਂ ਉਹਨਾਂ ਨੇ ਆਪਣੇ ਦੇਸ਼ ਦੇ ਲੋਕਾਂ ਤੋਂ ਸਲਾਹ ਮੰਗੀ ਕਿ ਆਪਾਂ ਨੂੰ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਜਦੋਂ ਆਪਾਂ ਲੋਕਾਂ ਦੀ ਰਾਏ ਲੈਂਦੇ ਆ ਤਾਂ ਉਹ ਕੀ ਹੋ ਗਿਆ ਜੀ, ਰੈਫਰੈਂਡਮ। ਇਨੀਸ਼ੀਏਟਿਵ ਕੀ ਹੋਇਆ ਜੀ, ਜਦੋਂ ਲੋਕ ਆਪਣੇ ਲਈ ਕੋਈ ਕਾਨੂੰਨ ਬਣਾਉਣ ਦੇ ਲਈ ਖੁਦ ਤੋਂ ਇਨੀਸ਼ੀਏਟਿਵ ਲੈਣ, ਖੁਦ ਤੋਂ ਕੋਈ ਉਪਰਾਲਾ ਕਰਨ। ਨੈਕਸਟ ਆਇਆ ਜੀ ਰਿਕਾਲ। ਰਿਕਾਲ ਦਾ ਮਤਲਬ ਹੋਇਆ ਜੀ ਜਦੋਂ ਆਪਣੇ ਕੋਲ ਨੇਤਾ ਵੋਟ ਮੰਗਣ ਲਈ ਆਉਂਦੇ ਨੇ, ਕੋਈ ਲੀਡਰ ਵੋਟ ਮੰਗਣ ਲਈ ਆਉਂਦਾ, ਉਹ ਆਪਾਂ ਨੂੰ ਵਾਅਦਾ ਕਰਦੇ ਨੇ ਕਿ ਜੇ ਸਾਡੀ ਸਰਕਾਰ ਆਈ ਅਸੀਂ ਤੁਹਾਡੇ ਲਈ ਮਤਲਬ ਸਟਰੀਟ ਲਾਈਟਾਂ ਲਗਵਾ ਦਾਂਗੇ, ਤੁਹਾਡੇ ਲਈ ਪੱਕੀਆਂ ਸੜਕਾਂ ਬਣਾ ਦਾਂਗੇ, ਬਿਜਲੀ ਦੇਵਾਂਗੇ, ਠੀਕ ਹੈ ਜੀ। ਪਰੰਤੂ ਜਦੋਂ ਉਹ ਆਪਣੀ ਪਾਵਰ ਦੇ ਵਿੱਚ ਆ ਗਏ, ਸੱਤਾ ਦੇ ਵਿੱਚ ਆ ਗਏ ਤੇ ਉਹਨਾਂ ਨੇ ਆਪਦੇ ਮਤਲਬ ਕਹੇ ਵਾਅਦਿਆਂ ਦੇ ਉੱਤੇ ਕੰਮ ਨਹੀਂ ਕੀਤਾ, ਆਪਦੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਤਾਂ ਜਨਤਾ ਉਹਨਾਂ ਨੂੰ ਵਾਪਸ ਬੁਲਾ ਵੀ ਸਕਦੀ ਹੈ, ਠੀਕ ਹੈ ਜੀ। ਤਾਂ ਰਿਕਾਲ ਦਾ ਮਤਲਬ ਕੀ ਹੋ ਗਿਆ ਕਿ ਉਹਨਾਂ ਨੂੰ ਵਾਪਸ ਬੁਲਾਣਾ। ਤੇ ਪਲੈਬੀਸਾਈਟ।
प्लैबीसाइट का मतलब की होया जी कि ਆਪਾਂ ਨੇ जनता की राय लैके कोई काम नूं शुरू करना है। ठीक है जी। नैक्सट आया जी इंडायरैक्ट डेमोक्रेसी। इंडायरैक्ट डेमोक्रेसी नूं रिप्रजेंटेटिव डेमोक्रेसी भी कह देंगे ने। ये भी दो प्रकार की होंदी है जी, पार्लीमेंटरी और प्रेसीडेंशियल फॉर्म ऑफ गवर्नमेंट। भारत दे विच संसदी सरकार चलती है जी, पार्लीमेंटरी फॉर्म ऑफ गवर्नमेंट चलती है। अज दी मतलब डायरैक्ट डेमोक्रेसी दे विच तां लोग कानून बनाउण दे विच सीधा सीधा आप ही पार्टिसिपेशन कर रहे हैं, परंतु इंडायरैक्ट डेमोक्रेसी दे विच की होगा जी, आपां अपने लीडर चुनांगे ते लीडर देश दे लई अगे कानून बनाउण दा काम करनगे, चाहे वह एमएलए होणगे जी राज विधान सभा दे, अते एमपी होणगे अपनी संसद दे। संसद होगी जी अपनी पार्लीमेंट, लोक सभा दे एमपी हो गए। ठीक है जी। तो अपने देश दे विच पार्लीमेंटरी डेमोक्रेसी चलती है। नैक्सट आया जी अपने कोले रिपब्लिक। रिपब्लिक का मतलब हो गया जी गणराज। ये की है और सच डेमोक्रेसी के रिगार्डिंग एक तुसी फेमस कोट सुनिया होगा जी, डेमोक्रेसी इज ऑफ द पीपल, फॉर द पीपल एंड बाय द पीपल। ये वर्ड्स किस शख्सियत के कहे हुए हैं? द डेमोक्रेसी ऑफ द पीपल, फॉर द पीपल, बाय द पीपल, ये अखर कहे ने जी अमरीका के राष्ट्रपति अब्राहम लिंकन ने। ठीक है जी। रिपब्लिक दे विच की आ गया जी बेसिकली डेमोक्रेटिक पॉलिटी कोई भी जिहड़ा गणतंत्र मतलब लोकतंत्रिक देश होगा जी, उत्थे तुहानूं दो कैटेगरी देखने को मिलणगीਆਂ, मोनार्की या रिपब्लिक। मोनार्की सिस्टम की हुंदा जी कि उत्थे जिहड़ा है पावर उत्थे दे राजा या रानी कोले होएगी। मतलब कि जिस तरह तुसीं इंग्लैंड दे विच देखदे हो, अपने देश दे विच अगर कोई कानून बनदा है जी तो लोक सभा दे विच पास होके फिर राज्य सभा च जाऊगा, राज्य सभा तो पास होके फिर राष्ट्रपति कोले जाऊगा। इंग्लैंड दे विच की हुंदा है, उत्थे दी जिहड़ी सब तो वड्डी अथॉरिटी है उत्थे दा राजा या रानी रहेगा, ते उन्हां दी मौत तो बाद, राजे दी मौत तो बाद उहदी वाइफ रानी बनेगी या उन्हां दे अगे बच्चे जिहड़ा है राजा या रानी दी गद्दी ते बैठणगे। परंतु भारत दे विच ये चीज़ नहीं हैगी जी। अपने देश दे विच रिपब्लिक सिस्टम चलदा है, मतलब कि जिहड़ा भारत दा हैड ऑफ स्टेट होएगा, हैड ऑफ स्टेट मतलब जिहड़ा भारत दा मुखिया होएगा उसनूं इलैक्शन के तरीके नाल चुनिया जाएगा। ठीक है जी। जिस तरह अपने देश के हैड ऑफ स्टेट हो गए अपना प्रेसिडेंट, और अपने देश के प्रेसिडेंट नूं जिहड़ा है जी इलैक्शन के वे नाल चुनिया जाएगा। और एक चीज़ ये भी याद रखियो जी, दो तरह के चुनाव होंदे ने, डायरैक्ट इलैक्शन और इनडायरैक्ट इलैक्शन। डायरैक्ट इलैक्शन का मतलब होया जी जिहदे विच देश की आम जनता सीधा सीधा पार्टिसिपेट कर रही होवे, मतलब देश की आम जनता अपने लीडरां नूं चुनन का काम कर रही होवे। जिस तरह तुसीं सुनिया होगा जी अपने अगले साल लोक सभा दी चोणां होणीਆਂ ने, तो लोक सभा के एमपीआं नूं जिहड़ा हैगा आपां आम जनता चुनदी हैगी है। इस तो इलावा जी अपनी जिहड़ी राज सरकारां हुंदियां ने, स्टेट लैजिस्लेटिव असैंबलीज़ हो गईयां, राज विधान सभा के मैंबर नूं जनता आम चुनदी हैगी है। पंचायत के मैंबर हो गए तो म्यूनिसिपैलिटी के मैंबर हो गए, इन्हां नूं भी डायरैक्ट इलैक्शन नाल चुनिया जाता है। इनडायरैक्ट इलैक्शन किहड़े होणगे जी, जिहदे विच की है अपने द्वारा चुने गए लीडर अगे अगले बंदिਆਂ ਨੂੰ चुनन का काम करनगे। जिस तरह ਆਪਾਂ ने ਤਾਂ जी लोक सभा ਅਤੇ राज्य सभा लोक सभा ਅਤੇ स्टेट लैजिस्लेटिव असैंबली के मैंबरां ਨੂੰ चुनन का काम किया है, परंतु यही बंदे अगे चल के जी अपने प्रेसिडेंट ਨੂੰ चुनन का काम करनगे, राष्ट्रपति ਨੂੰ चुनन का काम करनगे, उप राष्ट्रपति वाइस प्रेसिडेंट ਨੂੰ चुनन का काम करनगे। इस तो इलावा जिहड़ियां राज विधान परिषदां हुंदियां ने जी, स्टेट लैजिस्लेटिव काउंसिल, इन्हां दे भी जिहड़े वोटां पैणगीਆਂ ये भी इंडायरैक्ट वे नाल पैणगीਆਂ। ठीक है जी। तो अपने जिहड़े राष्ट्रपति ने, तुसीं कदे इदां नहीं सुनिया होगा कि आपां आम लोग कहंदे होइए कि असीं राष्ट्रपति नूं चुनन दे विच वोट पाई है। अपने द्वारा चुने गए लीडर ही अगे राष्ट्रपति दीयां चोणां दे विच हिस्सा लैंदे ने। ठीक है जी। तो इन्हां दा जिहड़ा है इन्हां नूं चुन के तां भेजिया जांदा, बट किहड़े इलैक्शन दे नाल? इंडायरैक्ट इलैक्शन दे नाल। ते राष्ट्रपति नूं जिहड़ा है अपने देश का हैड ऑफ स्टेट किया जाता है। ठीक है जी। तो अपने देश दे विच जिहड़ा है जी रिपब्लिक होण दे आपां नूं फायदे की ने, क्योंकि अपने देश का एक संविधान है जी, संविधान का रखवाला अपना जिहड़ा है सुप्रीम कोर्ट होगी। इस तो इलावा जिहड़ा है अपने देश के राष्ट्रपति भी इहदी रक्षा करने का काम करते हैं। उन्हां दी जिम्मेवारी बनती है देश के लोगों प्रति, रिप्रजेंटेटिव हो गए जी, इलैक्शन के तरीके नाल आपां उन्हां नूं चुनदे हैगे आ। इस तो इलावा की है जी बैलेंस ऑफ पावर, मतलब शक्ति का आप बैलेंस बना के रखने की कोशिश करते हैं। नागरिकों को आपने थोड़ी ज़्यादा पावर दी है, क्योंकि अपने संविधान की पावर का मेजर सोर्स ही आप लोग है जी, तो लोगों को राइट्स भी मिलते हैं। इस तो इलावा की है जी किहड़ियां चीज़ों की मनाही होंदी है, तानाशाही तो बचते हैं जी, डिक्टेटरशिप तो बचते हैं, मतलब किंग का रूल नहीं होंदा हैगा। ये सारिया चीज़ां एक बंदे के हत्थ दे विच पावर सीमित नहीं रहिंदी हैगी। नैक्सट है जी जस्टिस। जस्टिस का जिहड़ा कंसैप्ट है जी ये आपने लिता पहला तो रशियन रेवोल्यूशन के विचों दी, ये सिद्धांत निकल के आया रशिया की क्रांति के विचों। ते
ਆਪਣੇ ਸੰਵਿਧਾਨ ਦੇ ਵਿੱਚ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਨਿਆਂ ਮਿਲੂਗਾ, ਕਿਹੜੇ-ਕਿਹੜੇ ਪੱਧਰ ਤੇ ਮਿਲੂਗਾ? ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਧਰ ਤੇ। ਸਮਾਜਿਕ ਪੱਧਰ ਤੇ ਕਿਵੇਂ ਮਿਲੂਗਾ ਜੀ? ਕਿ ਲੋਕਾਂ ਨੂੰ ਜਿਹੜਾ ਹੈ, ਪਹਿਲੀ ਗੱਲ ਆਪਣੇ ਦੇਸ਼ ਦੇ ਵਿੱਚ ਆਪਾਂ ਸਾਰੇ ਲੋਕਾਂ ਨੂੰ ਸਮਾਨ ਤਰੀਕੇ ਨਾਲ ਜਿਹੜਾ ਹੈ ਟ੍ਰੀਟਮੈਂਟ ਦੇਵਾਂਗੇ, ਇਕੁਅਲ ਟ੍ਰੀਟਮੈਂਟ ਹੋਊਗਾ ਸਾਰੇ ਸਿਟੀਜ਼ਨਸ ਨੂੰ, ਅਤੇ ਕਿਸੇ ਦੇ ਨਾਲ ਵੀ ਜਿਹੜਾ ਹੈ ਜਾਤੀ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਅਤੇ ਉਸਦੇ ਲਿੰਗ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਜਾਊਗਾ। ਠੀਕ ਹੈ ਜੀ। ਇਸ ਦੇ ਰਿਗਾਰਡਿੰਗ ਤੁਸੀਂ ਅੱਗੇ ਆਰਟੀਕਲ ਨੰਬਰ 15 ਵੀ ਸੁਣੋਗੇ ਜੀ। ਆਰਟੀਕਲ ਨੰਬਰ 15 ਵੀ ਇਹੀ ਕਹਿੰਦਾ ਹੈਗਾ ਕਿ ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਰੇਸ, ਰਿਲੀਜਨ, ਕਾਸਟ, ਸੈਕਸ, ਪਲੇਸ ਆਫ ਬਰਥ। ਰੇਸ, ਰਿਲੀਜਨ, ਕਾਸਟ, ਸੈਕਸ ਔਰ ਪਲੇਸ ਆਫ ਬਰਥ। ਠੀਕ ਹੈ ਜੀ, ਕਿ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈ ਕਿਸੇ ਬੰਦੇ ਦੇ ਨਾਲ ਭੇਦਭਾਵ ਨਹੀਂ ਕਰਨਾ ਹੈਗਾ। ਅਤੇ ਜਿਸ ਤਰ੍ਹਾਂ ਹੈ ਜੀ ਆਪਣੇ ਪ੍ਰਾਚੀਨ ਜਿਹੜਾ ਆਪਣਾ ਪੁਰਾਣਾ ਸਮਾਜ ਸੀ, ਉੱਥੇ ਛੂਆਛੂਤ ਦੀ ਪ੍ਰੈਕਟਿਸ ਕਾਫੀ ਜ਼ਿਆਦਾ ਚੱਲਦੀ ਸੀ, ਅਨਟਚੇਬਿਲਿਟੀ ਦੀ ਪ੍ਰੈਕਟਿਸ, ਉਸ ਨੂੰ ਵੀ ਆਪਾਂ ਨੇ ਖਤਮ ਕੀਤਾ ਤਾਂ ਕਿ ਜੋ ਹੈ ਲੋਕਾਂ ਨੂੰ ਸਮਾਜਿਕ ਪੱਧਰ ਤੇ ਇੱਕ ਬਰਾਬਰ ਨਿਆਂ ਮਿਲ ਸਕੇ। ਠੀਕ ਹੈ ਜੀ। ਨੈਕਸਟ ਆਇਆ ਜੀ ਆਪਣਾ ਇਕਨੋਮਿਕ ਜਸਟਿਸ। ਇਕਨੋਮਿਕ ਜਸਟਿਸ ਕੀ ਹੋਊਗਾ ਜੀ? ਕਿ ਆਪਾਂ ਨੇ ਜਿਹੜਾ ਹੈ ਲੋਕਾਂ ਦੇ ਕੋਲੇ ਮਤਲਬ ਪੈਸਾ ਇੱਕ ਜ਼ਿਆਦਾ ਇੱਦਾਂ ਨਹੀਂ ਹੋਣਾ ਵੀ ਦੇਸ਼ ਦਾ ਸਾਰਾ ਪੈਸਾ ਕੁਝ ਕੁ ਹੱਥਾਂ ਦੇ ਵਿੱਚ ਹੀ ਸੀਮਿਤ ਹੋ ਕੇ ਰਹਿ ਜੇ, ਮਤਲਬ ਦੇਸ਼ ਦੇ ਅਮੀਰਾਂ ਕੋਲੇ ਹੀ ਦੇਸ਼ ਦਾ ਸਾਰਾ ਪੈਸਾ ਇਕੱਠਾ ਹੋ ਜੇ। ਮਤਲਬ ਆਪਾਂ ਨੇ ਕੀ ਕਰਨਾ ਜੀ? ਐਲੀਮੀਨੇਸ਼ਨ ਆਫ ਇਨਇਕੁਐਲਿਟੀਜ਼ ਇਨ ਵੈਲਥ, ਇਨਕਮ ਐਂਡ ਪ੍ਰੋਪਰਟੀ। ਜਿਸ ਤਰ੍ਹਾਂ ਭਾਰਤ ਜਦੋਂ ਆਜ਼ਾਦ ਹੋਇਆ ਜੀ, ਤਾਂ ਭਾਰਤ ਦੇ ਵਿੱਚ ਉਸ ਟਾਈਮ ਤੇ ਬੜੇ ਜ਼ਮੀਨਦਾਰ ਸੀ, ਜਾਗੀਰਦਾਰ ਸੀ, ਤਾਂ ਉਹਨਾਂ ਦੇ ਕੋਲੇ 50 ਕਿੱਲੇ ਜਾਂ 500 ਕਿੱਲੇ, 1000 ਕਿੱਲੇ ਇੱਦਾਂ ਦੀ ਤਰੀਕੇ ਨਾਲ ਜ਼ਮੀਨ ਹੋਇਆ ਕਰਦੀ ਸੀ, ਇੰਨੇ ਏਕੜ ਜ਼ਮੀਨ ਹੁੰਦੀ ਸੀ। ਤਾਂ ਉਹਨਾਂ ਤੋਂ ਸਰਕਾਰ ਨੇ ਕੀ ਕੀਤਾ? ਜ਼ਮੀਨ ਲੈ ਕੇ ਜਿਹੜਾ ਹੈ ਡਿਸਟਰੀਬਿਊਟ ਕਰਨ ਦਾ ਕੰਮ ਕੀਤਾ, ਜਾਂ ਉੱਥੇ ਜਿਹੜਾ ਹੈ ਆਪਦੇ ਓਨਰਸ਼ਿਪ ਨੂੰ ਲਿੱਤਾ, ਜਿਸ ਤੋਂ ਬਾਅਦ ਕੀ ਆ ਉੱਥੇ ਰੇਲਵੇਜ਼, ਰੋਡਸ ਜਾਂ ਹਸਪੀਟਲਸ ਵਗੈਰਾ ਨੂੰ ਓਪਨ ਕੀਤਾ ਗਿਆ। ਟਾਈਮ ਟੂ ਟਾਈਮ ਇਸ ਦੇ ਰਿਗਾਰਡਿੰਗ ਜਿਹੜਾ ਹੈ ਕੇਸਿਸ ਵੀ ਹੋਏ ਨੇ ਜੀ ਆਪਣੀ ਸੁਪਰੀਮ ਕੋਰਟ ਦੇ ਵਿੱਚ। ਸੰਵਿਧਾਨ ਦਾ 9ਵਾਂ ਸ਼ਡਿਊਲ ਲੈਂਡ ਰਿਫਾਰਮਸ ਦੇ ਨਾਲ ਹੀ ਡੀਲ ਕਰਦਾ ਹੈਗਾ। ਨੈਕਸਟ ਹੈ ਜੀ ਆਪਣੇ ਕੋਲੇ ਪੋਲੀਟੀਕਲ ਜਸਟਿਸ। ਪੋਲੀਟੀਕਲ ਜਸਟਿਸ ਦੇ ਵਿੱਚ ਕੀ ਹੈ ਜੀ? ਪਹਿਲੀ ਗੱਲ ਕੀ ਹੈ, ਆਪਾਂ ਆਮ ਲੋਕਾਂ ਨੂੰ ਆਪਣੇ ਲੀਡਰ ਚੁਣਨ ਦਾ ਅਧਿਕਾਰ ਹੈ ਜੀ, ਆਪਾਂ ਆਪਣੇ ਲੀਡਰ ਚੁਣ ਸਕਦੇ ਹਾਂ। ਇਸ ਤੋਂ ਇਲਾਵਾ ਕੀ ਹੈ, ਆਪਾਂ ਖੁਦ ਵੀ ਵੋਟਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੈਗੇ ਆ। ਤੁਸੀਂ ਭਾਰਤ ਦੇ ਵਿੱਚ MP ਦੇ ਇਲੈਕਸ਼ਨ ਦੇ ਵਿੱਚ ਕਿਤੋਂ ਵੀ ਜਾ ਕੇ ਕੰਟੈਸਟ ਕਰ ਸਕਦੇ ਹੋ ਜੀ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ ਜੀ, ਨਰਿੰਦਰ ਮੋਦੀ ਰਹਿਣ ਵਾਲੇ ਤਾਂ ਗੁਜਰਾਤ ਦੇ ਨੇਗੇ, ਬਟ ਇਹ ਇਲੈਕਸ਼ਨ ਕਿੱਥੋਂ ਕੰਟੈਸਟ ਕਰਦੇ ਨੇ? UP ਵਾਰਾਣਸੀ ਤੋਂ ਕਰਦੇ ਨੇ। ਠੀਕ ਹੈ ਜੀ। ਤਾਂ ਤੁਹਾਨੂੰ ਇਲੈਕਸ਼ਨ ਦੇ ਵਿੱਚ ਖੜੇ ਹੋਣ ਦਾ ਵੀ ਅਧਿਕਾਰ ਹੈ। ਜੇ ਤੁਸੀਂ ਇਲੈਕਸ਼ਨ ਦੇ ਵਿੱਚ ਕੰਟੈਸਟ ਨਹੀਂ ਕਰਨਾ ਤਾਂ ਤੁਸੀਂ ਆਪਦੇ ਲੀਡਰ ਵੀ ਚੁਣ ਸਕਦੇ ਹੈਗੇ ਹੋ, ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ। ਇਹ ਸਾਰੀਆਂ ਚੀਜ਼ਾਂ ਠੀਕ ਹੈ ਜੀ। ਤਾਂ ਨਿਆਂ ਮਿਲਣ ਦੀ ਗੱਲ ਆ ਗਈ ਆਪਣੇ ਰਸ਼ੀਆ ਦੇ ਸਿਧਾਂਤ ਤੋਂ। ਕਿਹੜੇ ਪੱਧਰ ਤੇ ਨਿਆਂ ਮਿਲੂਗਾ ਆਪਾਂ ਨੂੰ? ਇਹ ਮਿਲੂਗਾ ਜੀ ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ ਲੈਵਲ ਤੇ। ਨੈਕਸਟ ਕੰਸੈਪਟ ਹੈ ਜੀ ਆਪਣਾ ਲਿਬਰਟੀ। ਲਿਬਰਟੀ ਕੀ ਹੋ ਗਿਆ ਜੀ? ਆਜ਼ਾਦੀ। ਲਿਬਰਟੀ ਆਪਾਂ ਨੂੰ ਬੇਸਿਕਲੀ ਲਿਬਰਟੀ, ਇਕੁਐਲਿਟੀ ਤੇ ਫਰੈਟਰਨਿਟੀ, ਇਹ ਜਿਹੜੇ ਸਾਰੇ ਕੰਸੈਪਟ ਨੇ ਜੀ, ਇਹ ਨਿਕਲ ਕੇ ਆਏ ਨੇ ਆਪਣੇ ਫ੍ਰੈਂਚ ਰੈਵੋਲੂਸ਼ਨ ਤੋਂ। ਫਰਾਂਸ ਦੀ ਕ੍ਰਾਂਤੀ ਹੋਈ ਜੀ, ਫਰਾਂਸ ਦੀ ਕ੍ਰਾਂਤੀ ਦੇ ਵਿੱਚੋਂ ਇਹ 3 ਅੱਖਰ ਨਿਕਲ ਕੇ ਆਏ, ਲਿਬਰਟੀ, ਇਕੁਐਲਿਟੀ ਅਤੇ ਫਰੈਟਰਨਿਟੀ। ਤੇ ਲਿਬਰਟੀ ਆਪਾਂ ਨੂੰ ਸੰਵਿਧਾਨ ਦੇ ਵਿੱਚ ਪ੍ਰੈਂਬਲ ਦੇ ਵਿੱਚ ਕਿੱਥੇ ਦੇਖਣ ਨੂੰ ਮਿਲਦੀ ਹੈ ਜੀ? ਆਪਣੇ ਥੋਟ ਦੀ ਪ੍ਰੋਸੈਸ ਦੇ ਵਿੱਚ ਤੁਸੀਂ ਕੁਝ ਵੀ ਸੋਚ ਸਕਦੇ ਹੈਗੇ ਹੋ ਜੀ। ਇਸ ਤੋਂ ਇਲਾਵਾ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਵਿਚਾਰ ਕਿੱਦਾਂ ਪ੍ਰਗਟ ਕਰ ਸਕਦੇ ਹੋ? ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਤੇ ਲਿਖ ਕੇ ਕਰ ਦਿਓ, ਕੋਈ ਇੰਸਟਾਗ੍ਰਾਮ ਤੇ ਰੀਲ ਬਣਾ ਕੇ ਕਰ ਦਿਓ, ਕੋਈ ਕਾਰਟੂਨ ਦਾ ਕਰੈਕਟਰ ਬਣਾ ਕੇ ਕਰ ਦਿਓ, ਕੋਈ ਸ਼ਾਰਟ ਮੂਵੀ ਬਣਾ ਕੇ ਕਰ ਦਿਓ, ਕਦੇ ਅਖਬਾਰ ਦੇ ਵਿੱਚ ਲਿਖ ਕੇ ਆਪਦੇ ਵਿਚਾਰ ਪ੍ਰਗਟ ਕਰ ਸਕਦੇ ਹੋ। ਮਤਲਬ ਕਿੰਨੇ ਹੀ ਤਰੀਕਿਆਂ ਨਾਲ ਤੁਸੀਂ ਆਪਦੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਹੋ। ਬਿਲੀਫ, ਫੇਥ, ਵਰਸ਼ਿਪ, ਮਤਲਬ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਮੰਨ ਸਕਦੇ ਹੈਗੇ ਹੋ, ਉਹ ਧਰਮ ਦੇ ਰੀਤੀ ਰਿਵਾਜਾਂ ਨੂੰ ਫੋਲੋ ਕਰ ਸਕਦੇ ਹੋ ਆਪਦੇ ਮਨ ਦੀ ਖੁਸ਼ੀ ਦੇ ਨਾਲ। ਮਤਲਬ ਕਿਸੇ ਦੇਵੀ ਦੇਵਤਾ ਦੀ ਪੂਜਾ ਕਰਨੀ ਚਾਹੋ, ਕਿਸੇ ਧਰਮ ਨੂੰ ਮੰਨਣਾ ਚਾਹੋ, ਉਸੇ ਤਰੀਕੇ ਨਾਲ ਆਪਦੇ ਵਿਚਾਰਾਂ ਤੁਹਾਨੂੰ ਆਜ਼ਾਦੀ ਮਿਲੀ ਹੋਈ ਹੈ ਜੀ ਆਪਣੇ ਪ੍ਰੈਂਬਲ ਦੇ ਵਿੱਚ। ਨੈਕਸਟ ਹੈ ਜੀ ਆਪਣਾ ਇਕੁਐਲਿਟੀ। ਇਕੁਐਲਿਟੀ ਦਾ ਮਤਲਬ ਇਹੀ ਹੋਇਆ ਜੀ ਕਿ ਆਪਣੇ ਜਿਹੜਾ ਹੈਗਾ ਕਿਸੇ ਵੀ ਬੰਦੇ ਨੂੰ ਆਪਾਂ ਨੇ ਸਮਾਨਤਾ ਦੀ ਗੱਲ ਕਰਨੀ ਹੈ। ਸਮਾਨਤਾ ਕਿਵੇਂ ਜੀ? ਕਿ ਕਿਸੇ ਵੀ ਬੰਦੇ ਨੂੰ ਕੁਝ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਹੋਏ। ਇੱਦਾਂ ਨਹੀਂ ਹੋਏਗਾ ਜੇ ਕੋਈ ਬੰਦਾ ਅਮੀਰ ਹੈ ਤਾਂ ਉਹਨੂੰ ਆਪਾਂ ਨੇ ਕੁਝ ਜ਼ਿਆਦਾ ਰਾਈਟਸ ਦਿੱਤੇ, ਤੇ ਕੋਈ ਬੰਦਾ ਜੇ ਗਰੀਬ ਹੈ ਉਹਦੇ ਕੋਲ ਉਹਦੇ ਅਧਿਕਾਰਾਂ ਨੂੰ ਆਪਾਂ ਖੋਹ ਲਈਏ। ਭਾਰਤ ਦੇ ਵਿੱਚ ਕਿਸੇ ਵੀ ਜਿਹੜਾ ਤਬਕਾ ਹੋਊਗਾ ਜੀ, ਉਹਦੇ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਸਮਾਨ ਅਧਿਕਾਰ ਦਿੱਤੇ ਗਏ ਨੇ। ਕਿਸੇ ਨੂੰ ਇੱਦਾਂ ਨਹੀਂ ਹੈਗਾ ਵੀ ਜ਼ਿਆਦਾ ਅਧਿਕਾਰ ਦਿੱਤੇ ਅਮੀਰੀ ਦੇ ਆਧਾਰ ਤੇ, ਜਾਂ ਪੜ੍ਹੇ ਲਿਖੇ ਦੇ ਆਧਾਰ ਤੇ, ਜਾਂ ਉਹਦੇ ਰੰਗ ਦੇ ਆਧਾਰ ਤੇ, ਉਹਦੀ ਜਾਤੀ ਦੇ ਆਧਾਰ ਤੇ। ਇੱਦਾਂ ਦਾ ਕੁਝ ਨਹੀਂ ਹੈ ਜੀ। ਸਾਰੇ ਬੰਦੇ ਭਾਰਤ ਦੇ ਵਿੱਚ ਸਮਾਨ ਪੱਧਰ ਤੇ ਨੇ ਤੇ ਉਹਨਾਂ ਨੂੰ ਜਿਹੜਾ ਹੈ ਸਮਾਨ ਅਧਿਕਾਰ ਹੀ ਮਿਲੇ ਹੋਏ ਨੇ। ਤੇ ਇਹਦੇ ਵਿੱਚ ਕੀ ਹੈ ਜੀ? ਭਾਰਤ ਦੇ ਵਿੱਚ ਸਾਰਿਆਂ ਨੂੰ ਐਡਿਕੁਏਟ ਓਪਰਚੁਨਿਟੀਜ਼ ਮਿਲਣਗੀਆਂ, ਅਤੇ ਇਸ ਤੋਂ ਇਲਾਵਾ ਕੀ ਹੈ, ਬਿਨਾਂ ਕਿਸੇ ਭੇਦਭਾਵ ਤੋਂ। ਮਤਲਬ ਕੀ ਹੋਇਆ ਜੀ ਕਿ ਭਾਰਤ ਦੇ ਵਿੱਚ ਸਾਰੇ ਲੋਕਾਂ ਨੂੰ ਸਮਾਨ ਅਧਿਕਾਰ ਮਿਲਣਗੇ। ਜਿਸ ਤਰ੍ਹਾਂ ਅਗਰ ਜੇ ਤੁਸੀਂ ਸਰਕਾਰੀ ਨੌਕਰੀ ਦੀ ਗੱਲ ਕਰੀਏ, ਸਰਕਾਰੀ ਨੌਕਰੀ ਦੇ ਵਿੱਚ ਇੱਦਾਂ ਨਹੀਂ ਹੋਏਗਾ ਕਿ ਸਿਰਫ ਕੋਈ ਪਰਟੀਕੂਲਰ ਧਰਮ ਦਾ ਬੰਦਾ ਹੀ ਪਾਰਟਿਸਿਪੇਟ ਕਰ ਸਕਦਾ, ਜਾਂ ਕੋਈ ਪਰਟੀਕੂਲਰ ਜੈਂਡਰ ਦਾ ਬੰਦਾ ਹੀ ਪਾਰਟਿਸਿਪੇਟ ਕਰ ਸਕਦਾ। ਸਾਰਿਆਂ ਨੂੰ ਸਮਾਨ ਅਧਿਕਾਰ ਦਿੱਤੇ ਗਏ ਨੇ ਜੀ। ਕੋਈ ਵੀ ਬੰਦਾ ਜਿਹੜਾ ਹੈ ਕਿਸੇ ਵੀ ਤਰੀਕੇ ਦੇ ਨਾਲ, ਚਾਹੇ ਸਰਕਾਰੀ ਪੇਪਰ ਹੋਣ, ਚਾਹੇ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਨਾ ਹੋਵੇ, ਕਿਸੇ ਵੀ ਤਰੀਕੇ ਨਾਲ ਪਾਰਟਿਸਿਪੇਟ ਕਰ ਸਕਦਾ ਹੈ। ਮਤਲਬ ਕੀ ਹੈ ਜੀ? ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਮਿਲਿਆ ਹੋਇਆ ਹੈਗਾ। ਨੈਕਸਟ ਹੈ ਜੀ ਆਪਣਾ
ਇਕੁਐਲਿਟੀ ਆਫ ਸਟੇਟਸ ਅਤੇ ਓਪਰਚੁਨਿਟੀ, ਮਤਲਬ ਕੀ ਹੈ ਜੀ ਕਿ ਸਾਰਿਆਂ ਨੂੰ ਜਿਹੜਾ ਹੈ ਸਮਾਨ ਅਵਸਰ ਦਿੱਤੇ ਜਾਣਗੇ ਅਤੇ ਸਾਰਿਆਂ ਨੂੰ ਜਿਹੜਾ ਹੈਗਾ ਸਟੇਟਸ ਵੀ ਬਰਾਬਰ ਮਿਲਿਆ ਹੈ ਆਪਣੇ ਸੰਵਿਧਾਨ ਦੇ ਅਕੋਰਡਿੰਗ। ਨੈਕਸਟ ਆਇਆ ਜੀ ਆਪਣਾ ਫਰੈਟਰਨਿਟੀ। ਫਰੈਟਰਨਿਟੀ ਦਾ ਮਤਲਬ ਕੀ ਹੋਇਆ ਜੀ? ਭਾਈਚਾਰਾ, ਸੈਂਸ ਆਫ ਬ੍ਰਦਰਹੁੱਡ। ਇਹਦਾ ਕੀ ਮਤਲਬ ਹੋਇਆ ਜੀ ਕਿ ਆਪਣੇ ਸੰਵਿਧਾਨ, ਪਹਿਲਾਂ ਤਾਂ ਆਪਣੇ ਦੇਸ਼ ਦੇ ਵਿੱਚ ਹੁਣ ਤੁਹਾਨੂੰ ਪਤਾ ਹੈ ਜੀ ਕਿ ਬਹੁਤ ਸਾਰੀ ਡਾਇਵਰਸਿਟੀ ਦੇਖਣ ਨੂੰ ਮਿਲਦੀ ਹੈ। ਡਾਇਵਰਸਿਟੀ ਮਤਲਬ ਜੀ ਕਿ ਆਪਣੇ ਵਿਭਿੰਨਤਾ ਬਹੁਤ ਜ਼ਿਆਦਾ ਹੈ, ਕਈ ਭਾਸ਼ਾਵਾਂ ਬੋਲਣ ਵਾਲੇ ਲੋਕ ਨੇ, ਕਈ ਧਰਮਾਂ ਦੇ ਲੋਕ ਨੇ, ਇਸ ਤੋਂ ਇਲਾਵਾ ਕਈ ਟਰਾਈਬਲ ਲੋਕ ਆਪਣੇ ਦੇਸ਼ ਦੇ ਵਿੱਚ ਰਹਿੰਦੇ ਨੇ, ਠੀਕ ਹੈ ਜੀ। ਤਾਂ ਆਪਾਂ ਨੇ ਸਾਰੇ ਦੇਸ਼ ਦੇ ਲੋਕਾਂ ਨਾਲ ਕੀ ਹੈ, ਮਿਲ ਜੁਲ ਕੇ ਰਹਿਣਾ ਹੈਗਾ, ਭਾਈਚਾਰੇ ਦੀ ਭਾਵਨਾ ਨੂੰ ਵਧਾਵਾ ਦੇਣਾ ਹੈਗਾ। ਇਸ ਤੋਂ ਇਲਾਵਾ ਕੀ ਹੈ ਜੀ ਕਿ ਆਪਾਂ ਨੇ ਡਿਗਨਿਟੀ ਆਫ ਦਾ ਇੰਡੀਵਿਜੂਅਲ, ਮਤਲਬ ਹਰੇਕ ਬੰਦੇ ਦੇ ਸਮਾਨ ਦੀ ਰੱਖਿਆ ਕਰਨੀ ਹੈਗੀ ਹੈ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਵੀ ਬਣਾ ਕੇ ਰੱਖਣਾ ਹੈ। ਜਿਹੜਾ ਇਹ ਇੰਟੀਗ੍ਰਿਟੀ ਵਰਡ ਹੈ ਜੀ, ਇਹ ਵੀ ਆਪਣੇ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਸੀ, ਇਹ ਵੀ ਆਪਾਂ ਨੇ ਆਪਣੇ ਸੰਵਿਧਾਨ ਦੀ 42ਵੀਂ ਸੋਧ ਦੇ ਨਾਲ ਹੀ ਜੋੜਿਆ ਹੈਗਾ। ਤੇ ਆਪਣੇ ਸੰਵਿਧਾਨ ਦੇ ਵਿੱਚ ਜਿਹੜਾ ਫੰਡਾਮੈਂਟਲ ਡਿਊਟੀਜ਼ ਨੇ ਜੀ, ਫੰਡਾਮੈਂਟਲ ਡਿਊਟੀਜ਼ ਆਰਟੀਕਲ 51A ਸੰਵਿਧਾਨ ਦੇ ਭਾਗ 4A ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਜੀ। ਅਤੇ ਇੱਕ ਚੀਜ਼ ਇਹ ਵੀ ਯਾਦ ਰੱਖਿਓ ਜੀ, ਜਿਹੜੀ ਆਪਾਂ ਨੇ ਸ਼ੁਰੂ 'ਚ ਸੋਧ ਕੀਤੀ ਸੀ 42ਵੀਂ ਅਮੈਂਡਮੈਂਟ ਐਕਟ 1976, ਇਹੀ ਅਮੈਂਡਮੈਂਟ ਦੇ ਨਾਲ ਆਪਾਂ ਨੇ ਆਪਣੇ ਸੰਵਿਧਾਨ ਦਾ ਇੱਕ ਨਵਾਂ ਭਾਗ ਫੰਡਾਮੈਂਟਲ ਡਿਊਟੀਜ਼ ਵੀ ਜੋੜਿਆ। ਇਹਦੇ ਵਿੱਚ ਵੀ ਆਰਟੀਕਲ 51A ਇਹਦੇ ਵਿੱਚ ਗੱਲ ਕੀਤੀ ਗਈ ਹੈ, ਐਵਰੀ ਸਿਟੀਜ਼ਨ ਆਫ ਇੰਡੀਆ ਟੂ ਪ੍ਰਮੋਟ ਹਾਰਮਨੀ ਐਂਡ ਸਪਿਰਿਟ ਆਫ ਕਾਮਨ ਬ੍ਰਦਰਹੁੱਡ ਅਮੰਗ ਆਲ ਦਾ ਪੀਪਲ ਆਫ ਇੰਡੀਆ। ਮਤਲਬ ਕਿ ਜੀ ਕਿ ਆਪਾਂ ਨੂੰ ਆਪਣੇ ਭਾਰਤ ਦੇ ਲੋਕਾਂ ਦੇ ਵਿੱਚ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਬੜਾਵਾ ਦੇਣਾ ਚਾਹੀਦਾ ਹੈ, ਵੱਧ ਕੇ ਰਹਿਣਾ ਚਾਹੀਦਾ ਹੈ ਅਤੇ ਆਪਸ ਦੇ ਵਿੱਚ ਲੋਕਾਂ ਦੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਤੇ ਇੰਟੀਗ੍ਰਿਟੀ ਵਰਡ ਜਿਹੜਾ ਹੈ ਜੀ, ਇਹ ਆਪਾਂ ਨੇ ਸੰਵਿਧਾਨ ਦੀ 42ਵੀਂ ਸੋਧ ਦੇ ਨਾਲ ਹੀ ਜੋੜਿਆ ਹੈ। ਨੈਕਸਟ ਆਇਆ ਜੀ ਕੁਝ ਕਮੈਂਟਸ। ਹੁਣ ਇਸ ਭਾਗ ਦੇ ਲਈ ਸੰਵਿਧਾਨ ਦੇ ਕੁਝ ਕੁ ਬੰਦਿਆਂ ਦੇ ਫੇਮਸ ਕਮੈਂਟਸ ਨੇ ਜੀ। ਠਾਕੁਰਦਾਸ ਭਾਰਗਵ ਨੇ ਪ੍ਰੈਂਬਲ ਨੂੰ ਕਿਹਾ ਜੀ ਕਿ ਇਹ ਸੰਵਿਧਾਨ ਦੀ ਆਤਮਾ ਹੈ, ਠੀਕ ਹੈ ਜੀ, ਇਟ ਇਜ਼ ਦ ਸੋਲ ਆਫ ਕਨਸਟੀਟਿਊਸ਼ਨ। ਇਹਨੂੰ ਕਿਤੇ ਇਹਦੇ ਨਾਲ ਕਨਫਿਊਜ਼ ਨਾ ਕਰ ਦਿਓ ਜੀ ਕਿ ਇਟ ਇਜ਼ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ। ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਇਹ BR ਅੰਬੇਦਕਰ ਜੀ ਨੇ ਕਿਹਾ ਸੀ। ਕਿਹਨੂੰ ਕਿਹਾ ਸੀ? BR ਅੰਬੇਦਕਰ ਨੇ ਜੀ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਆਰਟੀਕਲ 32 ਨੂੰ ਕਿਹਾ ਹੈਗਾ, ਠੀਕ ਹੈ ਜੀ, ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼। ਤਾਂ ਇੱਕ ਚੀਜ਼ ਯਾਦ ਰੱਖਿਓ, ਦਿਲ ਤੇ ਆਤਮਾ ਤਾਂ ਹੈਗਾ ਆਰਟੀਕਲ 32, ਅਗਰ ਸੰਵਿਧਾਨ ਦੀ ਆਤਮਾ ਪੁੱਛਿਆ ਜਾਵੇ ਤਾਂ ਇਹ ਹੈਗਾ ਜੀ ਆਪਣੇ ਦੇਸ਼ ਦਾ ਪ੍ਰੈਂਬਲ। ਤੇ ਕਮੈਂਟ ਕਿਹਨੇ ਕੀਤਾ? ਠਾਕੁਰਦਾਸ ਭਾਰਗਵ ਨੇ। ਨੈਕਸਟ ਜੀ ਬੰਦੇ ਦਾ ਨਾਮ ਹੈ KM ਮੁਨਸ਼ੀ। KM ਮੁਨਸ਼ੀ ਨੇ ਕਿਹਾ ਕਿ ਪ੍ਰੈਂਬਲ ਇਜ਼ ਹੋਰੋਸਕੋਪ ਆਫ ਇੰਡੀਅਨ ਡੈਮੋਕ੍ਰੈਟਿਕ ਰਿਪਬਲਿਕ, ਠੀਕ ਹੈ ਜੀ। ਤੇ NA ਪਲਖੀਵਾਲਾ ਨੇ ਜੀ, ਜੋ ਇਹ ਸੁਪਰੀਮ ਕੋਰਟ ਦੇ ਵਿੱਚ ਇੱਕ ਵੱਡੇ ਵਕੀਲ ਰਹੇ ਨੇ ਤੇ ਇਹਨਾਂ ਨੇ ਸੰਵਿਧਾਨ ਦੇ ਲਈ ਕਿਹਾ ਹੈਗਾ ਕਿ ਇਹ ਸੰਵਿਧਾਨ ਦਾ ਇੱਕ ID ਕਾਰਡ ਹੈ, ਆਇਡੈਂਟੀਟੀ ਕਾਰਡ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਉੱਠਦਾ ਜੀ ਕਿ ਜਿਹੜਾ ਪ੍ਰੈਂਬਲ ਹੈ ਆਪਣਾ, ਇਹ ਆਪਣੇ ਸੰਵਿਧਾਨ ਦਾ ਹਿੱਸਾ ਹੈ ਜਾਂ ਨਹੀਂ ਹੈ। ਇਸ ਦੇ ਰਿਗਾਰਡਿੰਗ ਟਾਈਮ ਟੂ ਟਾਈਮ ਆਪਣੀ ਸੁਪਰੀਮ ਕੋਰਟ ਦੇ ਵਿੱਚ ਅਲੱਗ-ਅਲੱਗ ਕੇਸਿਸ ਹੋਏ ਨੇ ਜੀ। ਪਹਿਲਾ ਕੇਸ ਹੋਇਆ ਸੀ ਬੇਰੂਬਾਰੀ ਯੂਨੀਅਨ ਕੇਸ। ਬੇਰੂਬਾਰੀ ਯੂਨੀਅਨ ਕੇਸ ਹੋਇਆ 1960 ਦੇ ਵਿੱਚ। ਇਹਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ, ਇਹਦੇ ਵਿੱਚ ਕਿਹਾ ਗਿਆ ਪ੍ਰੈਂਬਲ ਇਜ਼ ਨੋਟ ਏ ਪਾਰਟ ਆਫ ਕਨਸਟੀਟਿਊਸ਼ਨ, ਮਤਲਬ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈਗੀ। ਬਾਅਦ ਦੇ ਵਿੱਚ ਇੱਕ ਹੋਰ ਕੇਸ ਹੋਇਆ ਜੀ ਕੇਸ਼ਵਾਨੰਦ ਭਾਰਤੀ ਕੇਸ। ਕੇਸ਼ਵਾਨੰਦ ਭਾਰਤੀ ਕੇਸ ਹੋਇਆ ਜੀ 1973 ਦੇ ਵਿੱਚ ਤੇ ਇਹਦੇ ਵਿੱਚ ਸੁਪਰੀਮ ਕੋਰਟ ਨੇ ਆਪਦਾ ਪਹਿਲਾਂ ਬੇਰੂਬਾਰੀ ਯੂਨੀਅਨ ਦੇ ਕੇਸ ਦਾ ਫੈਸਲਾ ਬਦਲਿਆ ਤੇ ਇਹਦੇ ਵਿੱਚ ਕਿਹਾ ਗਿਆ ਪ੍ਰੈਂਬਲ ਸੰਵਿਧਾਨ ਦਾ ਹਿੱਸਾ ਹੈਗਾ, ਪ੍ਰੈਂਬਲ ਇਜ਼ ਪਾਰਟ ਆਫ ਕਨਸਟੀਟਿਊਸ਼ਨ। ਇਸ ਤੋਂ ਇਲਾਵਾ ਕੀ ਹੈ ਜੀ, ਇਹਦੇ ਵਿੱਚ ਇੱਕ ਨਵਾਂ ਕੰਸੈਪਟ ਦਿੱਤਾ ਆਪਣੀ ਜੁਡੀਸ਼ਰੀ ਨੇ, ਡਾਕਟਰੀਨ ਆਫ ਬੇਸਿਕ ਸਟਰਕਚਰ। ਇਸ ਦੇ ਵਿੱਚ ਕੀ ਕਿਹਾ ਗਿਆ ਜੀ, ਆਪਣੇ ਸੰਵਿਧਾਨ ਨੂੰ ਬਦਲਣ ਦੀ ਸ਼ਕਤੀ ਜਾਂ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਨ ਦੀ ਪਾਵਰ ਆਪਣੀ ਪਾਰਲੀਮੈਂਟ ਨੂੰ ਮਿਲੀ ਹੋਈ ਹੈ। ਇਹ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈਗਾ। ਸੁਪਰੀਮ ਕੋਰਟ ਨੇ ਕਿਹਾ ਤੁਸੀਂ ਪਾਰਲੀਮੈਂਟ ਨੂੰ ਕਿ ਤੁਸੀਂ ਸੰਵਿਧਾਨ ਦੇ ਵਿੱਚ ਜੋ ਜੀ ਕਹੇ ਮਤਲਬ ਉਹ ਤੁਸੀਂ ਬਦਲ ਸਕਦੇ ਹੋ, ਬਟ ਤੁਸੀਂ ਸੰਵਿਧਾਨ ਦਾ ਬੇਸਿਕ ਸਟਰਕਚਰ ਨਹੀਂ ਚੇਂਜ ਕਰ ਸਕਦੇ। ਤੇ ਬੇਸਿਕ ਸਟਰਕਚਰ ਕਿਤੇ ਡਿਫਾਈਨ ਨਹੀਂ ਕੀਤਾ ਗਿਆ ਜੀ। ਇਹ ਸਮੇਂ-ਸਮੇਂ ਤੇ ਜੁਡੀਸ਼ਰੀ ਦੱਸਦੀ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਸਾਡੇ ਬੇਸਿਕ ਸਟਰਕਚਰ ਦਾ ਪਾਰਟ ਹੈਗੀ ਹੈ ਜਾਂ ਕਿਹੜੀ ਚੀਜ਼ ਸਾਡੇ ਬੇਸਿਕ ਸਟਰਕਚਰ ਦਾ ਪਾਰਟ ਨਹੀਂ ਹੈਗੀ, ਠੀਕ ਹੈ ਜੀ। ਤਾਂ ਕੇਸ਼ਵਾਨੰਦ ਭਾਰਤੀ ਕੇਸ ਤੋਂ ਇੱਕ ਬੇਸਿਕ ਸਟਰਕਚਰ ਦਾ ਕੰਸੈਪਟ ਵੀ ਆਪਣੀ ਸੁਪਰੀਮ ਕੋਰਟ ਨੇ ਦਿੱਤਾ ਹੈਗਾ। ਨੈਕਸਟ ਕੇਸ ਹੋਇਆ ਜੀ LIC ਆਫ ਇੰਡੀਆ ਕੇਸ। ਇਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਇਹੀ ਗੱਲ ਕਹੀ ਕਿ ਸੰਵਿਧਾਨ ਦਾ ਪ੍ਰੈਂਬਲ ਹੈ ਜਿਹੜਾ ਇਹ ਪਾਰਟ ਹੈਗਾ ਆਪਣੇ ਕਨਸਟੀਟਿਊਸ਼ਨ ਦਾ। ਦੋ ਚੀਜ਼ਾਂ ਦਾ ਧਿਆਨ ਰੱਖਿਓ ਜੀ, ਪ੍ਰੈਂਬਲ ਹੈ ਜਿਹੜਾ ਇਹ ਨਾ ਤਾਂ ਲੈਜਿਸਲੇਚਰ ਨੂੰ ਕੋਈ ਸ਼ਕਤੀ ਦੇ ਰਿਹਾ, ਨੀਦਰ ਇਹ ਸੋਰਸ ਆਫ ਪਾਵਰ, ਨਾ ਹੀ ਪ੍ਰੋਹਿਬਿਟ ਕਰ ਰਿਹਾ ਉਹਨਾਂ ਦੀ ਕਿਸੇ ਸ਼ਕਤੀ ਨੂੰ। ਲੈਜਿਸਲੇਚਰ ਹੋ ਗਿਆ ਜੀ ਆਪਣਾ ਜਿਹੜਾ ਲੋ ਮੇਕਿੰਗ ਬੋਡੀ ਹੋਗੀ, ਜਿਵੇਂ ਕਿ ਆਪਣੀ ਸੰਸਦ ਹੋਗੀ ਜਾਂ ਆਪਣੀ ਰਾਜ ਵਿਧਾਨ ਸਭਾ ਹੋਗੀ, ਠੀਕ ਹੈ ਜੀ। ਤਾਂ
ਪ੍ਰੈਂਬਲ ਹੈ ਜਿਹੜਾ ਇਹ ਲੈਜਿਸਲੇਚਰ ਨੂੰ ਨਾ ਤਾਂ ਕੋਈ ਸ਼ਕਤੀ ਦੇ ਰਿਹਾ ਹੈਗਾ, ਨਾ ਹੀ ਇਸ ਦੀ ਕਿਸੇ ਸ਼ਕਤੀ ਦੇ ਉੱਤੇ ਰੋਕ ਲਗਾ ਰਿਹਾ ਹੈਗਾ। ਇਸ ਤੋਂ ਇਲਾਵਾ ਕੀ ਹੈ ਜੀ, ਇਹ ਪ੍ਰੈਂਬਲ ਹੈ ਜਿਹੜਾ ਨੋਨ ਜਸਟਿਸੇਬਲ ਇਨ ਨੇਚਰ ਹੈ। ਇਸ ਦਾ ਮਤਲਬ ਕੀ ਹੋਇਆ ਜੀ ਕਿ ਇਸ ਦੇ ਆਧਾਰ ਤੇ ਆਪਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਨਿਆਂ ਦੀ ਮੰਗ ਨਹੀਂ ਕਰ ਸਕਦੇ। ਇਹ ਜਸਟ ਆਪਾਂ ਨੂੰ ਆਪਣੇ ਸੰਵਿਧਾਨ ਦੀ ਇੰਟਰੋਡਕਸ਼ਨ ਦੇਣ ਦਾ ਕੰਮ ਕਰ ਰਿਹਾ। ਇਹ ਮਤਲਬ ਆਪਾਂ ਨੂੰ ਇਹ ਨਹੀਂ ਦੱਸ ਰਿਹਾ ਹੈਗਾ ਅਗਰ ਕਿਸੇ ਦੇ ਨਾਲ ਕੋਈ ਸਮਾਜਿਕ ਪੱਧਰ ਤੇ ਭੇਦਭਾਵ ਹੋ ਰਿਹਾ ਹੋਵੇ ਤਾਂ ਉਹ ਇਹ ਨਹੀਂ ਕਹੂਗਾ ਕਿ ਪ੍ਰੈਂਬਲ ਦੇ ਵਿੱਚ ਇਹ ਲਿਖਿਆ ਹੋਇਆ ਤਾਂ ਮੈਨੂੰ ਇਸ ਦੇ ਬੇਸਿਸ ਤੇ ਨਿਆਂ ਮਿਲੇ। ਉਹ ਫੰਡਾਮੈਂਟਲ ਰਾਈਟਸ ਦੇ ਬੇਸਿਸ ਦੇ ਉੱਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਸਿੱਧਾ ਚੈਲੰਜ ਕਰ ਸਕਦਾ ਹੈ। ਠੀਕ ਹੈ ਜੀ। ਨੈਕਸਟ ਜੀ ਕੁਝ ਕੁਐਸਚਨਸ ਡਿਸਕਸ ਕਰ ਲੈਣੇ ਹੈਗੇ ਜਿਹੜੇ ਕਿ ਆਪਣੇ ਪ੍ਰੈਂਬਲ ਵਾਲੇ ਪਾਰਟ ਤੋਂ ਆਏ ਹੋਏ ਨੇਗੇ। ਪਹਿਲਾ ਕੁਐਸਚਨ ਹੋਇਆ ਜੀ, ਵਿਚ ਪਾਰਟ ਆਫ ਇੰਡੀਅਨ ਕਨਸਟੀਟਿਊਸ਼ਨ ਹੈਜ਼ ਬੀਨ ਡਿਸਕ੍ਰਾਈਬਡ ਐਜ਼ ਸੋਲ ਆਫ ਦਾ ਕਨਸਟੀਟਿਊਸ਼ਨ। ਸੰਵਿਧਾਨ ਦੇ ਕਿਹੜੇ ਹਿੱਸੇ ਨੂੰ ਇਸ ਦੀ ਆਤਮਾ ਕਿਹਾ ਜਾਂਦਾ ਹੈ? ਫੰਡਾਮੈਂਟਲ ਰਾਈਟ, ਡੀਪੀਐਸਪੀ, ਪ੍ਰੈਂਬਲ, ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼। ਹੁਣੀ ਕਰਕੇ ਆਏ ਜੀ, ਆਪਣੇ ਸੰਵਿਧਾਨ ਦੇ ਪ੍ਰੈਂਬਲ ਨੂੰ ਜਿਹੜਾ ਹੈ ਠਾਕੁਰਦਾਸ ਭਾਰਗਵ ਨੇ ਕਿਹਾ ਸੀ ਕਿ ਇਹ ਆਪਣੇ ਸੰਵਿਧਾਨ ਦੀ ਆਤਮਾ ਹੈ। ਨੈਕਸਟ ਕੁਐਸਚਨ ਹੈ ਜੀ, ਹੂ ਅਮੰਗ ਦਾ ਫੋਲੋਇੰਗ ਕਾਲਡ ਦਾ ਪ੍ਰੈਂਬਲ ਆਫ ਇੰਡੀਅਨ ਕਨਸਟੀਟਿਊਸ਼ਨ horoscope of our sovereign democratic republic? ऑप्शन ए जवाहर लाल नेहरू, वल्लभ भाई पटेल, बी आर अंबेडकर, के एम मुंशी। ਇਹਦਾ ਆਨਸਰ ਹੋਏਗਾ ਜੀ के एम मुंशी। नेक्स्ट क्वेश्चन आया जी, in which case did the supreme court first declare that preamble is not a part of constitution? ਕਿਹੜੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਸਤਾਵਨਾ ਆਪਣੇ ਸੰਵਿਧਾਨ ਦਾ ਹਿੱਸਾ ਨਹੀਂ ਹੈਗੀ? ਬੇਰੂਬਾਰੀ ਯੂਨੀਅਨ ਕੇਸ, ਸੱਜਣ ਸਿੰਘ ਕੇਸ, ਗੋਲਕਨਾਥ ਕੇਸ, ਕੇਸ਼ਵਾਨੰਦ ਭਾਰਤੀ ਕੇਸ। ਇਹਦਾ ਵੀ ਹੁਣੀ ਕੀਤਾ ਜੀ ਬੇਰੂਬਾਰੀ ਯੂਨੀਅਨ ਕੇਸ। नेक्स्ट क्वेश्चन आया जी, द माइंड ऑफ मेकर्स ऑफ कॉन्स्टिट्यूशन ऑफ इंडिया इज रिफ्लैक्टेड इन विच पार्ट ऑफ द फॉलोइंग? मतलब संविधान बनाने वाले ਜਿਹੜੇ ਆਪਣੇ ਕਨਸਟੀਟਿਊਸ਼ਨ ਮੇਕਰ ਸੀਗੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਆਪਾਂ ਨੂੰ ਸੰਵਿਧਾਨ ਦੇ ਕਿਹੜੇ ਹਿੱਸੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ? ਪ੍ਰੈਂਬਲ, ਫੰਡਾਮੈਂਟਲ ਰਾਈਟਸ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਫੰਡਾਮੈਂਟਲ ਡਿਊਟੀਜ਼। ਇਸ ਦਾ ਆਨਸਰ ਵੀ ਹੋਇਆ ਜੀ ਆਪਣਾ ਪ੍ਰੈਂਬਲ। ਠੀਕ ਹੈ ਜੀ। ਸੋ ਅੱਜ ਦੇ ਸੈਸ਼ਨ ਦੇ ਵਿੱਚ ਗਾਇਸ ਇੰਨਾ ਹੀ। अगर किसी भी पॉइंट के उत्ते तुहानू कोई डाउट लगता जी तो कमेंट करके जरूर दस्सिओ। नैक्सट लैक्चर के विच आपां पहलां तुहाडे डाउट्स भी देख लांगे और फिर मिलते हैं जी नैक्सट लैक्चर के विच। थैंक यू।